ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਜੈਵੰਤੀ ਮਹੱਲਾ ਨਾਵਾ। ਬੀਤ ਜਹੈ ਬੀਤ ਜਹੈ ਜਨਮ ਅਕਾਰਜ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਿਕ, ਗਰੀਬ ਨਿਵਾਜ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸੁੰਦਰ ਸਤ ਸੰਗਤ ਦੀਆਂ ਘੜੀਆਂ ਮਹਾਰਾਜ ਜੀਆਂ ਨੇ ਬਖਸ਼ੀਆਂ ਹਨ। ਆਓ ਸਾਧ ਸੰਗਤ ਜੀ, ਇਹ ਮਹਾਰਾਜ ਜੀਆਂ ਦਾ ਅੰਮ੍ਰਿਤ ਸਰੋਵਰ, ਜਿਸ ਦੀ ਬਾਬਤ ਭੱਟ ਸਾਹਿਬਾਨ ਫਰਮਾਉਂਦੇ ਹਨ, ਨਿਰਮਲ ਨਾਮ ਸੁਧਾ ਭਰਪੂਰਨ। ਐਸਾ ਮਹਾਰਾਜ ਜੀਆਂ ਦਾ ਸਤ ਸੰਗਤ ਰੂਪੀ ਸਰੋਵਰ ਹੈ, ਜਿਸ ਦੇ ਵਿੱਚ ਨਿਰਮਲ ਨਾਮ ਦੇ ਗੁਣ ਗਾਏ ਜਾਂਦੇ ਹਨ। ਅੰਮ੍ਰਿਤ ਭਰਪੂਰਨ, ਜਿਸ ਵਿੱਚ ਭਰਪੂਰ ਅੰਮ੍ਰਿਤ ਵਰਸਦਾ ਹੈ। ਸ਼ਬਦ ਤਰੰਗ ਪ੍ਰਗਟ ਦਿਨ ਆਗਰ, ਸ਼ਬਦ ਦੀ ਤਰੰਗ। ਮਹਾਰਾਜ ਜੀ ਗੁਰਸਿੱਖਾਂ ਨੂੰ ਸ਼ਬਦ ਦਾ ਪ੍ਰਸ਼ਾਦ ਦਿੰਦੇ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰਸਿੱਖ ਸੱਜ ਕੇ 3 ਵਜੇ ਤੋਂ ਹੀ ਇੱਥੇ ਇਸ ਸਥਾਨ 'ਤੇ ਸਾਧ ਸੰਗਤ ਜੀ ਸਿਮਰਨ ਵਿੱਚ ਜੁੜ ਜਾਂਦੇ ਹਨ। ਮਹਾਰਾਜ ਜੀਆਂ ਦੇ ਦਰਸ਼ਨਾਂ ਦੀ ਮਨ ਵਿੱਚ ਗੁਰਸਿੱਖਾਂ ਦੇ ਲਾਲਸਾ ਹੁੰਦੀ ਹੈ। ਹਜੂਰ ਸਾਧ ਸੰਗਤ ਜੀ ਫਿਰ ਦਰਸ਼ਨ ਬਖਸ਼ਦੇ ਹਨ। ਗਹਿਰ ਗੰਭੀਰ ਅਥਾਹ ਅਤ ਵੱਡ, ਸੁਬਰ ਸਦਾ ਸਭ ਬਿਤ ਰਤਨਾਗਰ। ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਐਸਾ ਸਰੋਵਰ ਹੈ ਸਤ ਸੰਗਤ ਰੂਪ। ਮਹਾਰਾਜ ਜੀ ਕਹਿੰਦੇ ਹਨ ਬੜਾ ਡੂੰਘਾ ਹੈ ਤੇ ਨੱਕੋ ਨੱਕ ਐਸੇ ਰਤਨਾਂ ਦੇ ਨਾਲ ਭਰਿਆ ਹੋਇਆ ਹੈ। ਜਿਹੜੇ ਗੁਰਸਿੱਖ ਸੇਵਾ ਸਿਮਰਨ ਕਰਦੇ ਹਨ, ਮਨ ਦੇ ਵਿੱਚ ਐਸੀ ਨਿਮਰਤਾ ਆ ਜਾਂਦੀ ਹੈ, ਸਭਨਾਂ ਦੇ ਚਰਨਾਂ ਦੀ ਧੂੜੀ ਬਣ ਜਾਂਦੇ ਹਨ। ਜਿਹੜੇ ਹਿਰਦੇ ਕਦੇ ਸੰਸਾਰ ਦੇ ਵਿੱਚ ਤਪਦੇ ਸੀ, ਕਦੇ ਸੰਤੋਖ ਨਾ ਸੀ ਆਇਆ, ਮਣਾ ਰੱਜ ਨਹੀਂ ਸੀ ਆਉਂਦਾ, ਸਤ ਸੰਗਤ ਵਿੱਚ ਆ ਕੇ ਹਜੂਰ ਦੇ ਦਰਸ਼ਨ ਕੀਤਿਆਂ ਹੀ ਰੱਜ ਆ ਜਾਂਦਾ ਹੈ। ਇਸ ਸੰਗਤ ਤੇ ਜੇ ਪੁੱਛੀਏ ਮਹਾਰਾਜ ਜੀ ਰਹਿੰਦੇ ਕੌਣ ਹਨ, ਹਜੂਰ ਫਰਮਾਉਂਦੇ ਹਨ ਸੰਤ ਮਰਾਲ ਕਰੈ ਕੰਤੂਹਲ। ਇਸ ਜਗ੍ਹਾ ਤੇ ਜੋ ਮਰਾਲ ਹੰਸ ਨੂੰ ਕਹਿੰਦੇ ਹਨ, ਸੰਤਾਂ ਦੀ ਨੇ ਹੰਸਾਂ ਦੀ ਨਿਆਈ, ਜੋ ਮਹਾਰਾਜ ਜੀਆਂ ਦੇ ਗੁਰਸਿੱਖ ਹਨ, ਇਸ ਸਥਾਨ ਤੇ ਇੱਕ ਦੂਜੇ ਤੋਂ ਵੱਧ ਕੇ ਸੇਵਾ ਕਰਦੇ ਹਨ। ਕੋਈ ਸਾਧ ਸੰਗਤ ਜੀ ਜੋੜਾ ਘਰ ਵਿੱਚ ਸੇਵਾ ਕਰਦਾ ਹੈ, ਕੋਈ ਲੰਗਰਾਂ ਵਿੱਚ ਪ੍ਰਸ਼ਾਦੇ ਲਾਉਣ ਦੀ, ਕੋਈ ਬਰਤਨਾਂ ਦੀ ਸੇਵਾ ਕਰਦਾ ਹੈ। ਗੁਰਸਿੱਖ ਹੰਸਾਂ ਦੀ ਨਿਆਈ ਇੱਥੇ ਮਹਾਰਾਜ ਜੀਆਂ ਦੇ ਸਰੋਵਰ ਵਿੱਚ ਆਨੰਦ ਮਾਣਦੇ ਹਨ। ਮਹਾਰਾਜ ਜੀ ਫਲ ਕੀ ਪ੍ਰਾਪਤ ਹੁੰਦਾ ਹੈ? ਹਜੂਰ ਕਹਿੰਦੇ ਹਨ 3 ਜਮ ਤਰਾਸ ਮਿਟਿਓ ਦੁੱਖ ਕਾਗਰ। ਇੰਨੀ ਸੇਵਾ ਕੀਤੀ ਹੈ ਗੁਰਸਿੱਖਾਂ ਨੇ, ਜਮਾਂ ਦਾ ਡਰ ਉਹਨਾਂ ਤੋਂ ਦੂਰ ਹੋ ਗਿਆ ਹੈ, ਕਿਉਂਕਿ ਨਿਰਭਉ ਜਪੈ ਸਗਲ ਭਉ ਮਿਟੈ। ਐਸੇ ਨਿਰਭਉ ਸੂਰਮੇ ਗੁਰਸਿੱਖ ਹੋ ਗਏ ਹਨ ਸੇਵਾ ਕਰਕੇ। ਜਮਾਂ ਦਾ ਵੀ ਉਹਨਾਂ ਨੇ ਕਾਗਜ਼ ਪਾੜ ਦਿੱਤਾ ਹੈ। ਕਲ ਯੁਗ ਦੁਰਤ ਦੂਰ ਕਰਬੇ ਕੋ, ਦਰਸ਼ਨ ਗੁਰੂ ਸਕਲ ਸੁਖ ਸਾਗਰ। ਮਹਾਰਾਜ ਜੀ ਫਰਮਾਉਂਦੇ ਹਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ ਇਹ ਕਲ ਯੁਗ ਦੇ ਵਿੱਚ ਸਭ ਪਾਪਾਂ ਦੇ ਦੂਰ ਕਰਨ ਨੂੰ ਸਕਲ ਸੁਖ ਸਾਗਰ, ਮਾਨੋ ਕਿ ਸੁੱਖਾਂ ਦਾ ਸਾਗਰ ਹੀ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਸ਼ਨ। ਕਲ ਯੁਗ ਦੁਰਤ ਦੂਰ ਕਰਬੇ ਕੋ, ਸਭ ਪਾਪ ਨਾਸ਼ ਕਰ ਦਿੰਦੇ ਹਨ ਹਜੂਰ ਦੇ ਦਰਸ਼ਨ। ਆਓ ਸਾਧ ਸੰਗਤ ਜੀ
ਅੱਜ ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਤੇ ਸਾਧ ਸੰਗਤ ਜੀ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਆਰੰਭ ਹੋਈ ਸੀ। ਅੱਜ ਉਹ ਕਥਾ ਸਾਧ ਸੰਗਤ ਜੀ ਰਾਗ ਜੈਜਾਵੰਤੀ ਵਿੱਚ ਚੱਲ ਰਹੀ ਹੈ। 2 ਪੰਕਤੀਆਂ ਕੱਲ ਵਾਲੇ ਸ਼ਬਦ ਵਿੱਚ ਰਹਿ ਗਈਆਂ ਸੀ। ਉਸ ਤੋਂ ਉਪਰੰਤ ਭੋਗ ਦੇ ਸ਼ਲੋਕਾਂ ਦੀ ਕਥਾ ਆਰੰਭ ਹੋਵੇਗੀ। ਸ਼ਲੋਕ ਮਹੱਲਾ ਨਾਵਾ। ਉਸ ਦੀ ਸਾਧ ਸੰਗਤ ਜੀ ਅੱਜ ਜਿਸ ਤਰ੍ਹਾਂ ਉਥਾਨਕਾ ਤੇ ਜਿੰਨੀ ਹਜੂਰ ਨੇ ਕਿਰਪਾ ਕੀਤੀ ਹਜੂਰ ਦੇ ਸ਼ਲੋਕਾਂ ਦੀ ਕਥਾ ਪਿਆਰ ਵਾਲੀਆਂ ਰੂਹਾਂ ਅੱਜ ਹਜੂਰ ਦੇ ਦਰਬਾਰ ਵਿੱਚ ਸੱਜ ਬੈਠੀਆਂ ਹਨ। ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਇਹ ਰਾਗ ਜੈਜਾਵੰਤੀ ਵਿੱਚ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਦੇ 4 ਸ਼ਬਦ ਹਨ। 71ਵੇਂ ਨੰਬਰ ਤੇ ਇਹ ਰਾਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਹੈ। ਇਸ ਵਿੱਚ ਕੇਵਲ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਦਰਜ ਹੈ। ਆਓ ਸਾਧ ਸੰਗਤ ਜੀ ਮਨ ਚਿਤ ਬਿਰਤੀਆਂ ਇਕਾਗਰ ਕਰੀਏ। ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤ੍ਰਿਵੇਣੀ ਵਾਲੇ ਅਸਥਾਨ ਨੂੰ ਭਾਗ ਲਾ ਰਹੇ ਹਨ, ਸਾਧੂ ਮਹਾਤਮਾ ਹਜੂਰ ਦੇ ਦਰਸ਼ਨ ਕਰ ਰਹੇ ਹਨ, ਉਸ ਸਮੇਂ ਹਜੂਰ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਦੇ ਹਨ। ਮਨ ਚਿਤ ਬਿਰਤੀਆਂ ਇਕਾਗਰ ਕਰਕੇ ਦੋਨੋਂ ਹੱਥ ਜੋੜ ਕੇ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਇਸ ਦੇਹੀ ਤੇ ਰਸਨਾ ਦੀ ਕਲਿਆਣ ਵਾਸਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਜੈਵੰਤੀ ਮਹੱਲਾ ਨਾਵਾ। ਰਾਗ ਜੈਜਾਵੰਤੀ ਮਹੱਲਾ ਨਾਵਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰਾਂ ਦੇ ਘਰ ਵਿੱਚ ਹਜੂਰ ਆਏ ਹਨ, ਸਾਡੇ ਤੇ ਹਜੂਰ ਕਿਰਪਾ ਕਰ ਰਹੇ ਹਨ। ਬੀਤ ਜਹੈ ਜਨਮ ਅਕਾਰਜ ਰੇ। ਮਹਾਰਾਜ ਜੀ ਫਰਮਾਉਂਦੇ ਹਨ ਬੀਤ ਜਹੈ ਜਨਮ ਅਕਾਜ ਰੇ। ਦੇਖ ਗੁਰਸਿੱਖਾ ਜਨਮ ਬੀਤਦਾ ਜਾ ਰਿਹਾ ਹੈ, ਕਿਸੇ ਵੀ ਕਾਜ ਨਹੀਂ ਆ ਰਿਹਾ ਤੇਰਾ ਜਨਮ। ਦੇਖ ਕੱਲ ਦੀਆਂ ਗੱਲਾਂ ਸੀ, ਬਚਪਨ ਵਿੱਚ ਬੜਾ ਖੇਡਦਾ ਸੀ, ਬਚਪਨ ਖੇਡਾਂ ਵਿੱਚ ਬਤੀਤ ਹੋ ਗਿਆ ਹੈ, ਜਵਾਨੀ ਵਿਛਿਆਂ ਵਿੱਚ ਲੰਘ ਗਈ ਹੈ। ਦੇਖ ਹੁਣ ਬੁਢਾਪਾ ਸਿਰ ਤੇ ਆ ਗਿਆ ਹੈ, ਇਹ ਵੀ ਨਹੀਂ ਰਹਿਣਾ, ਇਹ ਵੀ ਬੀਤ ਜਾਣਾ ਹੈ। ਦੇਖ ਕਿਸੇ ਤੇਰੇ ਕਾਰਜ ਨਹੀਂ ਆਇਆ। ਨਿਸ ਦਿਨ ਸੁਨ ਕੈ ਪੁਰਾਨ। ਮਹਾਰਾਜ ਜੀ ਫਰਮਾਉਂਦੇ ਹਨ ਰਾਤ ਦਿਨ ਪੁਰਾਣਾਂ ਦੀਆਂ ਕਥਾ, ਧਾਰਮਿਕ ਗ੍ਰੰਥਾਂ ਦੀ ਤੂੰ ਕਥਾ ਵੀ ਸੁਣੀ ਹੈ, ਤੈਨੂੰ ਪਤਾ ਵੀ ਹੈ ਕਿ ਜਨਮ ਬੀਤਦਾ ਜਾਏਗਾ, ਪਰ ਫਿਰ ਵੀ ਦੇਖ ਜਿਸ ਤਰ੍ਹਾਂ ਬਚਨ ਆਉਂਦੇ ਹਨ ਸੇਵਕ ਸਿੱਖ ਪੂਜਣ ਸਭ ਆਵਹਿ ਸਭ ਗਾਵਹਿ। ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ, ਹਰ ਥਾਏ ਪਾਵੈ ਜਿਨ ਸਤਿਗੁਰ ਕੀ ਆਗਿਆ, ਸਤ ਸਤ ਕਰ ਮਾਨੀ। ਦੇਖ ਤੂੰ ਹਜੂਰ ਦਾ ਬਚਨ ਸੁਣਦਾ ਵੀ ਹੈ ਕਿ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੋਣੀ, ਪਰ ਹਜੂਰ ਕਹਿੰਦੇ ਹਨ ਮਨ ਰੇ ਗਹਿਓ ਨਾ ਗੁਰ ਉਪਦੇਸ਼। ਤੂੰ ਕਦੇ ਗੁਰੂ ਦੇ ਉਪਦੇਸ਼ ਨੂੰ ਪਕੜਨ ਦੀ ਭਾਵ ਤੁਰਿਆ ਹੀ ਨਹੀਂ, ਕਦੇ ਮਨ ਦੇ ਵਿੱਚ ਕਦੇ ਵਿਰਾਗ ਹੀ ਨਹੀਂ ਉਤਪੰਨ ਹੋਇਆ। ਮਨਾ ਦੇਖ ਗੁਰਸਿੱਖ ਸੇਵਾ ਕਰਦੇ ਹਨ, ਦੇਖ ਕੇ ਸਗੋਂ ਮਜ਼ਾਕ ਬਣਾ ਛੱਡਦਾ ਹੈ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਜ਼ਿੰਦਗੀ ਕਿਵੇਂ ਜੀਦੀ ਹੈ, ਇਹਨਾਂ ਨੂੰ ਕੀ ਮਿਲਦਾ ਹੈ, ਐਵੇਂ ਫਰੀ 'ਚ ਇੱਥੇ ਸੇਵਾ ਕਰਦੇ ਰਹਿੰਦੇ ਹਨ। ਕਈ ਐਸੇ ਕਟਾਕਸ਼ ਵੀ ਕਰਦੇ ਹਨ, ਪਰ ਕਦੇ ਦੇਖ ਆਪਣੇ ਮਨ ਵਿੱਚ ਝਾਤੀ ਮਾਰ ਕੇ ਤੂੰ ਕਦੇ ਮਨ ਵਿੱਚ ਸੋਚਿਆ ਹੈ ਮੈਂ ਵੀ ਗੁਰਸਿੱਖ ਬਣਾਂਗਾ? ਕਦੇ ਮਨ ਵਿੱਚ ਸੋਚਿਆ ਹੈ ਗੁਰਸਿੱਖਾਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਹੈ? ਹਜੇ ਵੀ ਕਈ ਪੁੱਛਦੇ ਹਨ ਨਾਮ ਵਿੱਚ ਬਿਰਤੀ ਕਿਵੇਂ ਲੱਗਦੀ ਹੈ। ਇਹ ਸਾਧ ਸੰਗਤ ਜੀ ਮਹਾਰਾਜ ਜੀ ਕਿਰਪਾ ਕਰਨ। ਹਜੂਰ ਕਹਿੰਦੇ ਹਨ ਨਿਸ ਦਿਨ ਸੁਣ ਕੇ ਪੁਰਾਣ। ਮਹਾਰਾਜ ਜੀ ਕਹਿੰਦੇ ਹਨ ਧਾਰਮਿਕ ਗ੍ਰੰਥਾਂ ਦੀ ਕਥਾ ਵੀ ਸੁਣੀ ਹੈ। ਜਿਸ ਤਰ੍ਹਾਂ ਹੁਣੇ ਰਾਗੀ ਸਿੰਘ ਸ਼ਬਦ ਗਾਇਨ ਕਰ ਰਹੇ ਸਨ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ। ਮਹਾਰਾਜ ਜੀ ਕਹਿੰਦੇ ਹਨ ਜੇ ਤੈਨੂੰ ਚੇਤਾ ਹੈ ਤੇ ਰਾਤ ਦਿਨ ਹਜੂਰ ਨੂੰ ਚੇਤੇ ਕਰਿਆ ਕਰ।
ਕਿਉਂ ਹਜੂਰ ਇੰਨੀ ਕਾਲੀ ਕਿਉਂ ਹੈ? ਮਹਾਰਾਜ ਜੀ ਕਹਿੰਦੇ ਹਨ ਛਿਨ ਛਿਨ ਔਦ ਬਿਹਾਤ ਹੈ। ਮਹਾਰਾਜ ਜੀ ਕਹਿੰਦੇ ਹਨ ਖਿਨ ਖਿਨ ਦੀ ਸੰਗਿਆ ਦੇ ਨਾਲ ਸਮਾਂ ਬੀਤਦਾ ਜਾ ਰਿਹਾ ਹੈ। ਕਿਸ ਤਰ੍ਹਾਂ ਹਜੂਰ ਬੀਤਦਾ ਜਾ ਰਿਹਾ ਹੈ? ਹਜੂਰ ਕਹਿੰਦੇ ਹਨ ਫੂਟਾ ਘਟ ਜਿਉ ਪਾਣੀ, ਜਿਸ ਤਰ੍ਹਾਂ ਘੜੇ ਵਿੱਚ ਤਰੇੜ ਆਈ ਹੋਵੇ, ਤੁਪਕਾ ਤੁਪਕਾ ਕਰਕੇ ਪਾਣੀ ਨਿਕਲਦਾ ਜਾਵੇ। ਹਜੂਰ ਕਹਿੰਦੇ ਹਨ ਇਸ ਤਰ੍ਹਾਂ ਤੇਰੀ ਉਮਰ ਬਤੀਤ ਹੁੰਦੀ ਜਾ ਰਹੀ ਹੈ। ਸਮਝਤ ਨਹੀਂ ਰੇ ਅਜਾਨ। ਮਹਾਰਾਜ ਜੀ ਕਹਿੰਦੇ ਹਨ ਅਜਾਨ ਬਣਿਆ ਬੈਠਾ ਹੈ ਕਾਹਦੇ ਵਾਸਤੇ? ਇੰਨਾ ਸਮਝਾਈਦਾ ਹੈ ਤੈਨੂੰ ਸਮਝਦਾ ਹੀ ਨਹੀਂ। ਹਜੂਰ ਕਹਿੰਦੇ ਹਨ ਕਹੋ ਕਹਾ ਬਾਰ ਬਾਰ, ਸਮਝਤ ਨਹਿ ਰੇ ਗਵਾਰ। ਮਹਾਰਾਜ ਜੀ ਕਹਿੰਦੇ ਹਨ ਤੈਨੂੰ ਵਾਰ ਵਾਰ ਇਸੇ ਕਰਕੇ ਕਹਿੰਦੇ ਹਾਂ, ਤੂੰ ਸਮਝਦਾ ਹੀ ਨਹੀਂ ਸੰਗਤ ਵਿੱਚ ਆ ਕੇ। ਹਜੂਰ ਕਿਰਪਾ ਕਰਦੇ ਹਨ। ਕਾਲ ਤੋ ਪਹੁੰਚਿਓ ਆਨ। ਮਹਾਰਾਜ ਜੀ ਕਿੰਨੀ ਕੁ ਸਮੇਂ ਤੀਕਰ ਮੌਤ ਆਵੇਗੀ? ਹਜੂਰ ਕਹਿੰਦੇ ਹਨ ਕਾਲ ਤੋਂ ਪਹੁੰਚਿਓ ਆਨ। ਕਾਲ ਤਾਂ ਆ ਕੇ ਤੇਰੇ ਸਿਰ ਤੇ ਖੜਾ ਹੈ। ਦੇਖ ਤੇਰੇ ਕੇਸ ਹੁਣ ਚਿੱਟੇ ਭਾਵ ਹੀਰੇ ਆ ਗਏ ਹਨ, ਮੂੰਹ ਤੇ ਧੌਲੇ ਆ ਗਏ ਹਨ। ਹਜੂਰ ਕਹਿੰਦੇ ਹਨ ਇਹ ਮੌਤ ਦੀਆਂ ਨਿਸ਼ਾਨੀਆਂ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਮੌਲਵੀ ਕਹਿੰਦਾ ਹੈ ਹਜੇ ਤਾਂ ਤੁਹਾਡੀ ਬਚਪਨ ਦੀ ਆਯੂ ਹੈ, ਤੁਸੀਂ ਮੌਤ ਦੀਆਂ ਗੱਲਾਂ ਹਜੂਰ ਕਿਉਂ ਕਰਦੇ ਹੋ? ਉਸ ਸਮੇਂ ਹਜੂਰ ਨੇ ਬਚਨ ਉਚਾਰੇ ਸੀ ਦੁਨੀਆ ਮਕਾਮੈ ਫਾਨੀ ਤਹਿਕੀਕ ਦਿਲਦਾਨੀ। ਮਹਾਰਾਜ ਜੀਆਂ ਨੇ ਕਿਹਾ ਸੀ ਇਹ ਸੰਸਾਰ ਨਾਸ਼ਵੰਤ ਹੈ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤ ਹੈ। ਮਹਾਰਾਜ ਜੀ ਕਹਿੰਦੇ ਹਨ ਸਾਨੂੰ ਇਸ ਤਰ੍ਹਾਂ ਕਾਜੀ ਪ੍ਰਤੀਤ ਹੁੰਦਾ ਹੈ ਜਿਸ ਤਰ੍ਹਾਂ ਸਾਡੇ ਸੀਸ ਦੇ ਕੇਸ ਕਾਲ ਨੇ ਪਕੜ ਲਏ ਹੋਣ। ਹਜੂਰ ਕਹਿੰਦੇ ਹਨ ਕਾਲ ਤਾਂ ਦੇਖ ਤੇਰੇ ਦਰਵਾਜ਼ੇ ਤੇ ਆ ਖਲੋਤਾ ਹੈ। ਕਹਾਂ ਜੈ ਭਾਜਰੀ। ਮਹਾਰਾਜ ਜੀ ਕਹਿੰਦੇ ਹਨ ਦੇਖ ਕਿੱਥੇ ਭੱਜ ਕੇ ਚਲੇ ਜਾਵੇਂਗਾ, ਤੇਰੇ ਤੋਂ ਭੱਜਿਆ ਨਹੀਂ ਹੋ ਜਾਣਾ। ਤੇਰੀਆਂ ਲੱਤਾਂ ਤੇ ਤੇਰੇ ਸੰਸਾਰ ਦੇ ਆਸਰੇ ਜਿਨ੍ਹਾਂ ਨੂੰ ਤੂੰ ਕਹਿੰਦਾ ਹੈ ਮੇਰੇ ਵੀਰ ਮੇਰੀਆਂ ਸੱਜੀਆਂ ਖੱਬੀਆਂ ਬਾਹਾਂ ਹਨ, ਮੇਰੇ ਤਾਂ ਯਾਰ ਬਹੁਤ ਹਨ, ਮੈਨੂੰ ਮੌਤ ਤੋਂ ਰੱਖ ਲੈਣਗੇ। ਪਰ ਹਜੂਰ ਕਹਿੰਦੇ ਹਨ ਜਿਹੜੇ ਡਾਕਟਰ ਵੀ ਕਹਿੰਦੇ ਹਨ ਅਸੀਂ ਬੜੇ ਮਾਹਰ ਹਾਂ, ਕਹਿੰਦੇ ਹਨ ਹੱਥ ਵਿੱਚ ਨਬਜ਼ ਫੜ ਕੇ ਤੈਨੂੰ ਅਸੀਂ ਕਿਤੇ ਨਹੀਂ ਜਾਣ ਦੇਣਾ। ਪਰ ਹਜੂਰ ਕਹਿੰਦੇ ਹਨ ਬਾਬਾ ਬੋਲਤੇ ਤੇ ਕਹਾਂ ਗਏ। ਮਹਾਰਾਜ ਜੀ ਕਹਿੰਦੇ ਹਨ ਕੱਲ ਹੀ ਇੱਥੇ ਗੱਲਾਂ ਕਰਦੇ ਸੀ, ਬੜੀਆਂ ਪਲੈਨਿੰਗਾਂ ਕਰਦੇ ਸੀ ਕਿ ਆਹ ਕਰਾਂਗੇ। ਹਜੂਰ ਕਹਿੰਦੇ ਸੀ ਕੱਲ ਹੀ ਇੱਥੇ ਬੋਲਦੇ ਦੇਖੇ ਹਨ, ਪਤਾ ਹੀ ਨਹੀਂ ਲੱਗਾ ਕਿਸੇ ਨੂੰ ਕਿੱਧਰ ਚਲੇ ਗਏ ਉਹ ਜੀਵ। ਇਹ ਸਾਧ ਸੰਗਤ ਜੀ ਹਜੂਰ ਕਿਰਪਾ ਕਰਨ ਤਾਂ ਹੀ ਪਤਾ ਲੱਗਦਾ ਹੈ। ਇਸੇ ਤਰ੍ਹਾਂ ਹੀ ਕਹਾਂ ਜੈ ਹੈ। ਕਹਾਂ ਜੈ ਭਾਜਰੀ। ਮਹਾਰਾਜ ਜੀ ਕਹਿੰਦੇ ਹਨ ਅਜੂ ਸਮਝ ਕਛ ਬਿਗੜਿਓ ਨਾ ਹਨ। ਫਿਰ ਵੀ ਹਜੂਰ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਹਜੇ ਹੀ ਸਮਝ ਜਾ, ਕੁਝ ਵੀ ਨਹੀਂ ਵਿਗੜਿਆ। ਜਿਸ ਤਰ੍ਹਾਂ ਸਾਧ ਸੰਗਤ ਜੀ ਖੂਹ ਦੇ ਵਿੱਚ ਆਪਾਂ ਰੱਸੀ ਨਾਲ ਬਾਲਟੀ ਸੁੱਟਦੇ ਹਾਂ, ਜੇ ਰੱਸੀ ਛੱਡ ਦਿੱਤੀ ਜਾਵੇ ਫਿਰ ਨਹੀਂ ਜਲ ਨਿਕਲਦਾ। ਜੇ ਥੋੜੀ ਜੀ ਵੀ ਰੱਸੀ ਹੱਥ ਵਿੱਚ ਰਹਿ ਜਾਵੇ ਫਿਰ ਵੀ ਜਲ ਕੱਢ ਦਈਦਾ ਹੈ। ਹਜੂਰ ਕਹਿੰਦੇ ਹਨ ਹਜੇ ਥੋੜੀ ਜੀ ਰੱਸੀ, ਹਜੇ ਸਵਾਸ ਹਨ ਤੇਰੇ ਕੋਲ। ਮਹਾਰਾਜ ਜੀ ਕਹਿੰਦੇ ਹਨ ਅਜਹੂ ਸਮਝ ਕਛ ਬਿਗੜਿਓ ਨਾਹਣ, ਭਜ ਲੈ ਨਾਮ ਮੁਰਾਰ। ਉਸ ਮੁਰਾਰੀ ਅਕਾਲ ਪੁਰਖ ਵਾਹਿਗੁਰੂ ਦਾ ਤੂੰ ਨਾਮ ਜਪ ਲਾ। ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਸਾਧ ਸੰਗਤ ਜੀ ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਹਜੂਰ ਕਹਿੰਦੇ ਹਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਮਤ ਸਿਧਾਂਤ ਹੈ, ਤੈਨੂੰ ਬੋਲ ਕੇ ਤੈਨੂੰ ਸਮਝਾਉਣੇ ਹਾਂ। ਹਜੇ ਵੀ ਕੁਝ ਨਹੀਂ ਵਿਗੜਿਆ, ਕਾਲ ਤੇਰੇ ਸਿਰ ਤੇ ਖਲੋਤਾ ਹੈ, ਤੇਰੇ ਤੋਂ ਭੱਜਿਆ ਨਹੀਂ ਹੋ ਜਾਣਾ। ਰਹਾਉ ਵਿਸ਼ਰਾਮ ਦੇ ਕੇ ਹਜੂਰ ਸਾਡੇ ਤੇ ਕਿਰਪਾ ਕਰਦੇ ਹਨ। ਅਸਥਿਰ ਜੋ ਮਾਨਿਓ ਦੇਹ। ਮਹਾਰਾਜ ਜੀ ਕਹਿੰਦੇ ਹਨ ਦੇਖ ਆਪਣੇ ਇਹਨਾਂ ਨੇਤਰਾਂ ਨਾਲ ਦੇਖਦਾ ਹੈ ਕਿ ਤੇਰੇ ਸਾਹਮਣੇ ਸਭ ਸੰਸਾਰ ਨਾਸ਼ਵੰਤ ਹੋ ਰਿਹਾ ਹੈ। ਤੇਰੇ ਤੋਂ ਵੱਡੇ ਬਜ਼ੁਰਗ ਤੇਰੇ ਚੱਲ ਵਸੇ ਹਨ, ਪਰ ਫਿਰ ਵੀ ਬੜੀ ਅਚਰਜ ਜੀ ਗੱਲ ਹੈ। ਹਜੂਰ ਕਹਿੰਦੇ ਮਨ ਵਿੱਚ ਹੀ ਨਹੀਂ ਲੈ ਕੇ ਆਉਂਦਾ ਬੰਦਾ, ਆਪਣੇ ਆਪ ਨੂੰ ਸੋਚਦਾ ਹੈ ਮੈਂ ਕਿਤੇ ਸਦਾ ਥਿਰ ਰਹਿਣਾ ਹੈ, ਮੈਂ ਤਾਂ ਕਿਤੇ ਜਾਣਾ ਨਹੀਂ। ਇਸ ਤਰ੍ਹਾਂ ਮਨ ਵਿੱਚ ਸੋਚ ਕੇ ਇੱਥੇ ਸਭ ਕੁਝ ਇਕੱਤਰ ਕਰਦਾ ਹੈ। ਸੋ ਤੋ ਤੇਰੋ ਹੋਏ ਹੈ ਖੇ। ਮਹਾਰਾਜ ਜੀ ਕਹਿੰਦੇ ਹਨ ਖੇ ਹੋ ਜਾਣੀ ਹੈ ਤੇਰੀ ਇਹ ਦੇਹ। ਇਹ ਸਾਧ ਸੰਗਤ ਜੀ ਇਹ ਬਚਨ
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਕਹਿ ਰਹੇ ਹਨ, ਮਨ ਵਿੱਚ ਸਾਧ ਸੰਗਤ ਜੀ ਕਦੇ ਸਾਡੇ ਵੀ ਆਵੇ, ਅਸਥਰ ਜੋ ਮਾਨਿਓ ਦੇਹ ਸੋ ਤੋ ਤੇਰੋ ਹੋਇਆ ਖੇਹ। ਮਹਾਰਾਜ ਜੀਆਂ ਦੇ ਬਚਨ ਸਦਾ ਸਤ ਹਨ। ਹਜੂਰ ਕਹਿੰਦੇ ਹਨ, ਇਹ ਦੇਹੀ ਤੇਰੀ ਖੇ ਹੋ ਜਾਣੀ ਹੈ। ਕਿਉ ਨਾ ਹਰ ਕੋ ਨਾਮ ਲਹੀ। ਮਹਾਰਾਜ ਜੀ ਪ੍ਰਸ਼ਨ ਕਰਦੇ ਹਨ ਸਾਨੂੰ, ਕਿਉਂ ਨਾ ਹਰ ਕੋ ਨਾਮ ਲੈ। ਮਹਾਰਾਜ ਜੀ ਕਹਿੰਦੇ ਹਨ, ਫਿਰ ਕਾਤੋਂ ਕਾਲ ਪੁਰਖ ਵਾਹਿਗੁਰੂ ਦਾ ਤੂੰ ਨਾਮ ਨਹੀਂ ਲੈਂਦਾ। ਇਹ ਸਾਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪ੍ਰਸ਼ਨ ਕਰ ਰਹੇ ਹਨ। ਮੂਰਖ ਨਿਲਾਜ ਰੇ। ਹਜੂਰ ਕਹਿੰਦੇ ਹਨ, ਮੂਰਖ ਬਣਿਆ ਫਿਰਦਾ ਹੈ, ਨਿਲਾਜ ਸ਼ਰਮ ਛੱਡ ਦਿੱਤੀ ਹੈ ਸੰਸਾਰ ਦੇ ਵਿੱਚ। ਕਿਸ ਤਰ੍ਹਾਂ ਜੀਵਨ ਬਤੀਤ ਕਰਦਾ ਹੈ। ਬੈਸ ਗਈ ਵਿਖਿਆਣ ਸੰਗ ਬੈਸ ਕੇ, ਸਾਰੀ ਉਮਰ ਵਿਸ਼ਿਆਂ ਨਾਲ ਬੈਠ ਕੇ ਹੀ ਬਤੀਤ ਗਈ। ਜਦੋਂ ਜਵਾਨੀ ਦਾ ਜ਼ੋਰ ਸੀ ਵਿਸ਼ਿਆਂ ਵਿੱਚ ਹੀ ਕੱਢ ਦਿੱਤਾ। ਹਜੂਰ ਕਹਿੰਦੇ ਹਨ, ਔਧ ਕਟਿਓ ਹੁਣ ਕਾਲ ਨਹਿਰਾਇਓ। ਕਾਲ ਦੇਖ ਤੇਰੇ ਨੇੜੇ ਆ ਗਿਆ ਹੈ, ਉਮਰ ਲੰਘ ਚੁੱਕੀ ਹੈ। ਹਜੂਰ ਕਹਿੰਦੇ ਹਨ, ਭੋਰ ਗਏ ਬੱਗ ਬੈਠੇ ਆਏ ਕੈ, ਭੋਰ ਭਈ ਕਛ ਹਾਥ ਨਾ ਆਇਓ। ਹਜੂਰ ਕਹਿੰਦੇ ਹਨ, ਹੁਣ ਰਾਤ ਬਤੀਤ ਹੋ ਗਈ ਹੈ, ਭੌਰਿਆਂ ਦੀ ਨਿਆਈ ਕਾਲੇ ਕੇਸ ਚਲੇ ਗਏ ਹਨ, ਬੱਗੇ ਕੇਸ ਸੀਸ ਤੇ ਆਉਣੇ ਸ਼ੁਰੂ ਹੋ ਗਏ ਹਨ। ਹਜੂਰ ਕਹਿੰਦੇ ਹਨ, ਹੁਣ ਭੋਰ ਪੈ ਗਈ ਹੈ, ਦੇਖ ਕੀ ਲੈ ਕੇ ਚੱਲਿਆ ਹੈ ਸੰਸਾਰ ਵਿੱਚੋਂ, ਕੁਝ ਤੇਰੇ ਹੱਥ ਨਹੀਂ ਆਇਆ। ਰਾਮ ਭਗਤ ਹੀਨ ਆਨ। ਮਹਾਰਾਜ ਜੀ ਕੀ ਕੀਤਾ ਜਾਵੇ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਕੇ ਦੱਸਦੇ ਹਨ, ਗੁਰਸਿੱਖਾ ਰਾਮ ਭਗਤ ਹੀਏ ਆਨ। ਜਦੋਂ ਐਸੀ ਸਾਧ ਸੰਗਤ ਜੀ ਮਹਾਰਾਜ ਜੀ ਉਪਦੇਸ਼ ਕਰਦੇ ਹਨ, ਹਿਰਦੇ ਵਿੱਚ ਵਿਰਾਗ ਪੈਦਾ ਹੁੰਦਾ ਹੈ। ਗੁਰਸਿੱਖਾਂ ਦੇ ਵਿਰਾਗ ਦੀ ਚਿੰਗ ਦੇ ਨਾਲ ਗਿਆਨ ਹੋ ਜਾਂਦਾ ਹੈ, ਸਤਿਗੁਰਾਂ ਦੇ ਦਰਸ਼ਨ ਹੋ ਜਾਂਦੇ ਹਨ। ਹਜੂਰ ਕਹਿੰਦੇ ਹਨ, ਗੁਰਸਿੱਖਾ ਰਾਮ ਭਗਤ ਹੀਏ ਆਣ। ਉਸ ਕਾਲ ਪੁਰਖ ਵਾਹਿਗੁਰੂ ਦੀ ਭਗਤੀ ਆਪਣੇ ਹਿਰਦੇ ਵਿੱਚ ਵਸਾ ਲਾ। ਛਾੜ ਦੇ ਤੈ ਮਾਨ ਕੋ। ਮਾਨ ਮਹਾਰਾਜ ਜੀ ਕਹਿੰਦੇ ਹਨ, ਤੇ ਦੂਸਰਾ ਆਪਣੇ ਮਨ ਦਾ ਮਾਣ ਛੱਡ ਦੇ, ਜਿਹੜਾ ਐਵੇਂ ਚੀਜ਼ਾਂ ਤੇ ਧੀਆਂ ਪੁੱਤਰਾਂ ਤੇ ਘਰ ਬਾਹਰ ਪ੍ਰਾਪਰਟੀ ਤੇ ਮਾਣ ਕਰਦਾ ਹੈ। ਜਾਂ ਭਜਨ ਬੰਦਗੀ ਦਾ ਵੀ ਸਾਧ ਸੰਗਤ ਜੀ ਕਈ ਵਾਰ ਮਾਣ ਹੋ ਜਾਂਦਾ ਹੈ। ਹਜੂਰ ਕਹਿੰਦੇ ਛੱਡ ਦੇ, ਇਸੇ ਤਰ੍ਹਾਂ ਹੀ ਰਾਮ ਭਗਤ। ਰਾਮ ਭਗਤ ਹੀਏ ਆਨ। ਜਿਸ ਤਰ੍ਹਾਂ ਸਾਧ ਸੰਗਤ ਜੀ ਭਗਤ ਫਰੀਦ ਜੀ ਜਿਸ ਸਮੇਂ ਦਰਵੇਸ਼ੀ ਨੂੰ ਭਾਵ ਫਕੀਰੀ ਧਾਰਨ ਕਰ ਰਹੀ ਹੈ, ਭਗਤ ਫਰੀਦ ਜੀਆਂ ਨੇ ਸੰਸਾਰ ਵੱਲ ਦੇਖ ਕੇ ਜਦੋਂ ਦੇਖਦੇ ਹਨ, ਪਹਿਲਾਂ ਤਾਂ ਕਹਿੰਦੇ ਹਨ, ਫਰੀਦਾ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ, ਬੰਨ੍ਹ ਉਠਾਲੀ ਪੋਟਲੀ, ਕਿੱਥੈ ਵੰਝਾਂ ਘੱਤ। ਕਹਿੰਦੇ ਹਨ, ਅੱਲਾ ਤੇਰੀ ਬੰਦਗੀ ਬੜੀ ਔਖੀ ਹੈ, ਜਿਹੜੀ ਮੇਰੇ ਸੀਸ ਤੇ ਇਹ ਭਾਰੀ ਪੰਡ ਬੰਦਗੀ ਦੀ ਤੂੰ ਪਾ ਦਿੱਤੀ ਹੈ, ਇਹਨੂੰ ਮੈਂ ਕਿੱਥੇ ਸੱਟਾਂ। ਕਿਉਂਕਿ ਜਦੋਂ ਸਾਧ ਸੰਗਤ ਜੀ ਬੰਦਗੀ ਵੱਲ ਜੁੜੀਏ, ਸੰਸਾਰ ਦੇ ਸੁੱਖ ਮਨ ਨੂੰ ਬੜੇ ਪਾਉਂਦੇ ਹਨ। ਬਦੋ ਬਦੀ ਮਨ ਚਾਹੁੰਦਾ ਹੈ ਮੈਂ ਵੀ ਆਹ ਚੀਜ਼ਾਂ ਕਰਕੇ ਦੇਖਾਂ। ਪਰ ਫਿਰ ਪਤਾ ਭਗਤ ਫਰੀਦ ਜੀ ਜਦੋਂ ਸੰਸਾਰ ਦੀ ਹਾਲਤ ਦੇਖਦੇ ਹਨ, ਆਂਦੇ ਹਨ, ਕੁਝ ਨਾ ਬੁੱਝੈ ਕੁਝ ਨਾ ਸੁੱਝੈ, ਦੁਨੀਆ ਗੁੱਝੀ ਪਾਹੇ। ਕਹਿੰਦੇ ਹਨ, ਇਹ ਕਾਲ ਪੁਰਖ ਵਾਹਿਗੁਰੂ ਅੱਲਾ, ਜਦੋਂ ਮੈਂ ਸੰਸਾਰ ਵੱਲ ਵੇਖਿਆ, ਲੋਕਾਂ ਨੂੰ ਕੁਝ ਬੁੱਝ ਨਹੀਂ ਰਿਹਾ, ਕੋਈ ਪਰਮਾਰਥ ਦੇ ਰਾਹ ਨੂੰ ਬੁੱਝਣ ਲਈ ਤਿਆਰ ਨਹੀਂ, ਕੁਝ ਨਾ ਸੁੱਝੈ ਕੁਝ ਸੁੱਝ ਨਹੀਂ ਰਿਹਾ, ਸਭ ਦੁੱਖਾਂ ਦੇ ਵਿੱਚ ਹਨ। ਇੱਕ ਨੂੰ ਪੁੱਛੀਏ, ਆਪਣੇ ਦੁੱਖ ਸੁਣਾਉਣ ਲੱਗੀਏ, ਉਹ ਪਹਿਲਾਂ ਆਪਣੇ ਮੇਰੇ ਤੋਂ ਜ਼ਿਆਦਾ ਦੁੱਖ ਸੁਣਾਉਂਦਾ ਹੈ। ਐਸੀ ਸੰਸਾਰ ਦੀ ਹਾਲਤ ਹੈ। ਕਹਿੰਦੇ ਹਨ, ਸਾਈਂ ਮੇਰੇ ਚੰਗਾ ਕੀਤਾ, ਨਾ ਹੀ ਤਾਂ ਹਮ ਭੀ ਦੱਜਾਂ ਆਹੇ। ਕਹਿੰਦੇ ਹਨ, ਅੱਲਾ ਬੜਾ ਚੰਗਾ ਕੀਤਾ ਹੈ, ਤੂੰ ਬੰਦਗੀ ਦੀ ਦਾਤ ਮੇਰੀ ਝੋਲੀ ਵਿੱਚ ਪਾਈ ਹੈ, ਨਹੀਂ ਤਾਂ ਮੈਂ ਵੀ ਇਹਨਾਂ ਸੰਸਾਰੀਆਂ ਵਾਂਗੂ ਬੜੇ ਗੁੱਝੇ ਬੜੇ ਭਾਰੇ ਹੌਕੇ ਲੈਣੇ ਸੀ, ਸੰਸਾਰ ਦੇ ਵਿੱਚ ਹੀ ਫਸ ਜਾਣਾ ਸੀ। ਹਜੂਰ ਕਹਿੰਦੇ ਹਨ, ਰਾਮ ਭਗਤ ਹੀਏ ਆਣ। ਉਸ ਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਤੂੰ ਵੀ ਆਪਣੇ ਹਿਰਦੇ ਦੇ ਵਿੱਚ ਵਸਾ ਲਾ। ਛਾੜ ਦੇ ਤੈ ਮਾਨ ਕੋ। ਮਹਾਰਾਜ ਜੀ ਕਹਿੰਦੇ ਹਨ, ਛਾੜ ਦੇ ਤੈ ਮਨ ਕੋ ਮਾਨ। ਹਜੂਰ ਕਹਿੰਦੇ ਹਨ, ਇਸ ਤਨ ਧਨ ਕੀ ਕੌਣ ਵਡਾਈ, ਬਿਨਸਤ ਨਾਹਨ ਬਾਰ ਲੱਗੇ। ਇਹ ਤਨ ਦੀ ਤੇ ਧਨ ਦੀ ਕੀ ਵਡਿਆਈ ਹੈ। ਇਹਨੂੰ ਬਿਨਸਦਿਆਂ ਹੋਇਆਂ ਮਹਾਰਾਜ ਜੀ ਕਹਿੰਦੇ ਹਨ, ਬਹੁਤੀ ਦੇਰ ਨਹੀਂ ਲੱਗਣੀ, ਦਾਰੇ ਲਓ ਸਭ ਸੰਗੀ ਸਾਥੀ, ਹੰਸ ਅਕੇਲਾ ਗੌਣ ਕਰੇ। ਮਹਾਰਾਜ ਜੀ ਕਹਿੰਦੇ ਹਨ, ਤੇਰੇ ਜਿਹੜੇ ਸੰਗੀ ਸਾਥੀ ਹਨ
ਉਹ ਵੀ ਦਰਵਾਜ਼ੇ ਤਿੱਕਰ ਹੀ ਤੇਰੇ ਨਾਲ ਜਾਣਗੇ। ਅੱਗੇ ਤਾਂ ਹੰਸ ਕੱਲਾ ਉਡਾਰੀ ਮਾਰ ਕੇ ਜਾਂਦਾ ਹੈ। ਜੋ ਜੋ ਕਰਮ ਕੀਏ ਇਸ ਤਨ ਤੇ, ਸੋ ਸੋ ਆਗੂ ਹੋਤ ਭਏ। ਜਿਹੜੇ ਜਿਹੜੇ ਤੂੰ ਚੰਗੇ ਮਾੜੇ ਇਸ ਕਰਮ ਕੀਤੇ ਹਨ ਇਸ ਦੇਹੀ ਦੇ ਨਾਲ, ਉਹ ਤੇਰੀ ਉੱਥੇ ਜਾ ਕੇ ਤੇਰੇ ਅੱਗੇ ਗਵਾਹੀ ਦੇਣਗੇ। ਆਗੇ ਪੰਥ ਦੁਹੇਲਾ ਬਿਖੜਾ, ਤਪਤ ਤੇਜ ਨਹਿ ਜਾਤ ਸਹੇ। ਹਜੂਰ ਕਹਿੰਦੇ ਹਨ ਅੱਗੇ ਤਾਂ ਬੜਾ ਡਰਾਉਣਾ ਰਸਤਾ ਹੈ, ਉਹ ਤਪਦੇ ਹੋਏ ਤੇਰੇ ਤੋਂ ਤੇਜ ਨਹੀਂ ਜਰੇ ਜਾਣੇ। ਕਈ ਕਹਿੰਦੇ ਹਨ ਯਮਰਾਜ ਕਿਸੇ ਨੇ ਦੇਖੇ ਹਨ। ਭਗਤ ਫਰੀਦ ਜੀ ਕਹਿੰਦੇ ਹਨ ਫਰੀਦਾ ਦੋਹੇ ਦੀ ਬਲੰਦੜਿਆ ਮਲਕ ਬੈਠਾ ਆਏ। ਦੇਖ ਤੇਰੇ ਇਹ ਦੋਵੇਂ ਨੇਤਰ ਦੇਖ ਰਹੇ ਹੋਣਗੇ ਜਦੋਂ ਧਰਮਰਾਜ ਤੇਰੇ ਸਾਹਮਣੇ ਆ ਕੇ ਬੈਠ ਜਾਵੇਗਾ। ਗੜ ਲੀਤਾ ਘਟ ਲੂਟਿਆ, ਦੀਵੜੇ ਗਿਆ ਬੁਝਾਏ। ਸਭ ਕੁਝ ਤੇਰੇ ਤੋਂ ਲੁੱਟ ਕੇ ਤੇਰੀਆਂ ਅੱਖਾਂ ਬੰਦ ਕਰ ਜਾਵੇਗਾ। ਉਦੋਂ ਤੈਨੂੰ ਹਜੂਰ ਕਹਿੰਦੇ ਹਨ ਪ੍ਰਤੀਤ ਹੋਵੇਗਾ। ਨਾਨਕ ਜਨ ਇਹ ਬਖਾਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਇਸੇ ਤਰ੍ਹਾਂ ਬਖਾਨ ਕਰਦੇ ਹਨ। ਜਗ ਮੈਂ ਬਿਰਾਜ ਰੇ। ਜਗ ਦੇ ਵਿੱਚ ਇਸ ਤਰ੍ਹਾਂ ਦਾ ਆਪਣਾ ਜੀਵਨ ਬਤੀਤ ਕਰ। ਰਾਮ ਭਗਤ ਹੀਏ ਆਣ, ਰਾਮ ਦੀ ਭਗਤੀ ਨੂੰ ਹਿਰਦੇ ਚ ਵਸਾ। ਛਾੜ ਦੇ ਤੈ ਮਨ ਕੋ ਮਾਣ, ਤੇ ਦੂਸਰਾ ਮਨ ਦਾ ਮਾਣ ਛੱਡ ਦੇ। ਹਜੂਰ ਅੱਗੇ ਅਰਦਾਸ ਕਰੀਏ ਮਹਾਰਾਜ ਜੀ, ਏਤੇ ਔਗਣ ਮੋਹ ਤਨ ਮਾਹੀ। ਰਾਖ ਲੇਹੋ ਪ੍ਰਭ ਸਰਣ ਗਹੀ। ਹਜੂਰ ਇੰਨੇ ਮੇਰੇ ਤਨ ਦੇ ਵਿੱਚ ਔਗਣ ਹਨ, ਸਾਨੂੰ ਕੋਈ ਨਹੀਂ ਰੱਖ ਸਕਦਾ ਜੇ। ਹਜੂਰ ਕਿਰਪਾ ਕਰੋ, ਆਪ ਜੀ ਆਪਣੀ ਸ਼ਰਨ ਹੁਣ ਪਕੜਾਈ ਹੈ। ਮਹਾਰਾਜ ਜੀ ਲਾਜ ਰੱਖੋ ਨਿਜ ਨਾਮੇ ਕੀ, ਸਿੱਖ ਜਗ ਮੇ ਮੈਂ ਤੁਮਰੋ ਕਹਿ ਲਾਵਤ। ਸੰਸਾਰ ਦੇ ਲੋਕ ਸਾਨੂੰ ਦੇਖ ਕੇ ਕਹਿੰਦੇ ਹਨ ਇਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੇ ਸਿੱਖ ਹਨ। ਪਰ ਹਜੂਰ ਤੁਸੀਂ ਤਾਂ ਜਾਣਦੇ ਹੋ ਸਾਡੀ ਕਰਨੀ ਕੈਸੀ ਹੈ। ਮਹਾਰਾਜ ਜੀ ਏਤੇ ਔਗਣ ਮੋਹ ਤਨ ਮਾਹੀ। ਰਾਖ ਲੇਹੋ ਪ੍ਰਭ ਸ਼ਰਨ ਗਹੀ। ਅਨੇਕ ਜਨਮ ਕੇ ਵਿਛੜੇ ਮੇਲੋ, ਪਾਵਨ ਪਤਤ ਤੁਐ ਬਿਰਧ ਕਹੀ। ਮਹਾਰਾਜ ਜੀ ਜਨਮਾਂ ਜਨਮਾਂ ਦੇ ਵਿਛੜੇ ਹੋਏ ਹਾਂ, ਸਾਨੂੰ ਹੁਣ ਆਪਣੇ ਚਰਨਾਂ ਕਮਲਾਂ ਨਾਲ ਜੋੜ ਲਵੋ। ਕਿਉਂਕਿ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਤੁਹਾਡਾ ਸੁਭਾਅ ਕਿਹਾ ਜਾਂਦਾ ਹੈ। ਦੀਨ ਦਇਆਲ ਕਹੇ ਜਾਂਦੇ ਹੋ ਤੁਸੀਂ। ਦੀਨਾਂ ਤੇ ਮਹਾਰਾਜ ਜੀ ਦਇਆ ਦੇ ਆਲ, ਘਰ ਹੀ ਬਣ ਕੇ ਮਹਾਰਾਜ ਜੀ ਆਪ ਵਰਸਦੇ ਹੋ। ਉਤਪਤ ਪਰਲਿਆ ਚੋਜ ਸਭ ਤੁਮਰੇ, ਤੁਮ ਬਿਨ ਦੂਜਾ ਅਵਰ ਨਹੀਂ। ਮੋਹੇ ਅਨਾਥ ਕੇ ਦਾਤੇ ਸੁਆਮੀ, ਰਾਖ ਲਿਹੋ ਵੱਡ ਪੁੰਨ ਅਹੀ। ਜਦੋਂ ਗੁਰਸਿੱਖ ਐਸੀਆਂ ਅਰਦਾਸਾਂ ਕਰਦੇ ਹਨ ਮਹਾਰਾਜ ਜੀ ਆਪਣੇ ਚਰਨਾਂ ਕਮਲਾਂ ਵਿੱਚ ਰੱਖ ਲਵੋ ਤਾਂ ਸਾਧ ਸੰਗਤ ਜੀ ਹਜੂਰ ਕਿਰਪਾ ਕਰਦੇ ਹਨ। ਨਾਨਕ ਜਨ ਇਹ ਬਖਾਨ। ਫਿਰ ਹਜੂਰ ਐਸੇ ਸ਼ਬਦ ਦੇ ਵਿਖਾਣ ਅੰਮ੍ਰਿਤ ਦੀ ਵਰਖਾ ਕਰਦੇ ਹਨ। ਜਗ ਮੈਂ ਬਿਰਾਜ ਰੇ। ਜਿਹੜੇ ਉਜੜੇ ਹੋਏ ਹਿਰਦੇ ਹਨ, ਜਿਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਵੀ ਸਤ ਸੰਗਤ ਵਿੱਚ ਆਵਾਂਗਾ। ਉਜੜ ਥੇਹ ਵਸਾਇਓ, ਹਉ ਤੁਧ ਵਿਟੋ ਕੁਰਬਾਨ ਜੀਓ। ਹਜੂਰ ਨੇ ਉਜੜੇ ਹੋਏ ਥੇ ਜਿਸ ਤਰ੍ਹਾਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਐਸੀ ਹਜੂਰ ਦੀ ਆਗਿਆ ਪਾਲਨ ਕਰਦੇ ਹਨ। ਜਿਸ ਸਮੇਂ ਹਜੂਰ ਜਲ ਵੀ ਲੈਣ ਜਾਂਦੇ ਸੀ, ਗੋਇੰਦਵਾਲ ਸਾਹਿਬ ਨੂੰ ਵਾਹਿਗੁਰੂ ਖਡੂਰ ਸਾਹਿਬ ਨੂੰ ਕਦੇ ਹਜੂਰ ਪਿੱਠ ਨਾ ਸੀ ਕਰਿਆ ਕਰਦੇ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿਸ ਸਮੇਂ ਹਜੂਰ ਨੇ ਆਖਿਆ ਹੈ ਗੋਂਦਾ ਖੱਤਰੀ ਆਇਆ ਹੈ ਮਹਾਰਾਜ ਜੀਆਂ ਦੇ ਪਾਸ, ਹਜੂਰ ਮੇਰਾ ਥੇ ਜਿੱਥੇ ਟਿਕਾਣਾ ਹੈ, ਹਜੂਰ ਉੱਥੇ ਭੂਤ ਵਸਦੇ ਹਨ। ਉਸ ਸਮੇਂ ਹਜੂਰ ਨੇ ਆਪਣੇ ਪੁੱਤਰਾਂ ਨੂੰ ਕਿਹਾ ਸੀ। ਜਿਸ ਸਮੇਂ ਪੁੱਤਰਾਂ ਨੇ ਸਾਧ ਸੰਗਤ ਜੀ ਅੱਗੋਂ ਇਨਕਾਰ ਕਰ ਦਿੱਤਾ, ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੂੰ ਹੱਥ ਵਿੱਚ ਸੋਟੀ ਫੜਾ ਕੇ ਮਹਾਰਾਜ ਜੀਆਂ ਨੇ ਕਿਹਾ ਸੀ ਜਾਓ ਤੁਸੀਂ ਇਸ ਦੇ ਨਾਲ। ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਮਨ ਵਿੱਚ ਸੋਚਿਆ ਵੀ ਨਹੀਂ ਉੱਥੇ ਭੂਤ ਹਨ ਤੇ ਹਜੂਰ ਮੈਨੂੰ ਕਿੱਥੇ ਘੱਲ ਦੇਣ ਲੱਗੇ ਹਨ। ਐਸੀ ਆਗਿਆ ਦਾ ਪਾਲਣ ਹਜੂਰ ਕਰਦੇ ਹਨ। ਉਸ ਜਗ੍ਹਾ ਤੇ ਜਾ ਕੇ ਮਹਾਰਾਜ ਜੀਆਂ ਨੇ ਸਭ ਭੂਤ ਪ੍ਰੇਤ ਭਜਾ ਦਿੱਤੇ। ਉਸ ਦਾ ਨਾਮ ਗੋਇੰਦਵਾਲ ਸਾਹਿਬ ਰੱਖਿਆ ਹੈ, ਜਿਸ ਦੀ ਬਾਬਤ ਗੁਰਬਾਣੀ ਕਹਿੰਦੀ ਹੈ ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਣਾਇਓ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੁਸੀਂ ਗੋਇੰਦਵਾਲ ਸਾਹਿਬ ਨਹੀਂ ਰਚਿਆ ਮਹਾਰਾਜ ਜੀ, ਤੁਸੀਂ ਤਾਂ ਗੋਬਿੰਦਪੁਰੀ ਸੱਚਖੰਡ ਹੀ ਵਸਾ ਦਿੱਤਾ ਹੈ।
ਕਿਉਂਕਿ ਸਾਧ ਸੰਗਤ ਜੀ ਐਸੇ ਵਰ ਮਹਾਰਾਜ ਜੀਆਂ ਨੇ ਬਖਸ਼ੇ ਸੀ ਜਿੰਨਾ ਸਮਾਂ ਅਸੀਂ ਸਰੀਰ ਕਰਕੇ ਗੋਇੰਦਵਾਲ ਸਾਹਿਬ ਜੀਆਂ ਦੀ ਧਰਤੀ ਤੇ ਹਨ, ਇੱਥੇ ਕੋਈ ਚੜ੍ਹਾਈ ਨਹੀਂ ਕਰੇਗਾ, ਕਿਉਂਕਿ ਸੱਚਖੰਡ ਵਿੱਚ ਕੋਈ ਚੜ੍ਹਾਈ ਨਹੀਂ ਕਰਦਾ। ਇਤਿਹਾਸ ਗਵਾਹੀ ਦਿੰਦਾ ਹੈ ਗੋਇੰਦਵਾਲ ਸਾਹਿਬ ਦੀ ਜੂਹ ਵਿੱਚ ਕਿਸੇ ਭਾਵ ਬੰਦੇ ਨੇ ਤਾਂ ਕੀ ਚੜ੍ਹਾਈ ਕਰਨਾ ਸੀ, ਪਸ਼ੂ ਪੰਛੀ ਨਾ ਸੀ ਚੜ੍ਹਾਈ ਕੀਤਾ ਜਿੰਨਾ ਸਮਾਂ ਸਤਿਗੁਰੂ ਜੀ ਉੱਥੇ ਹਨ। ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਉੱਜੜ ਥੇਹ ਵਸਾਇਓ, ਤੁਸੀਂ ਤਾਂ ਉਜੜੇ ਹੋਏ ਥੇ ਸਥਾਨ ਵਿਛਾ ਛੱਡੇ ਹਨ, ਸਾਡੇ ਹਿਰਦੇ ਵੀ ਮਹਾਰਾਜ ਜੀ ਉਜੜੇ ਹੋਏ ਹਨ। ਹਾਂ ਤੁਧ ਬਿਟਹੁ ਕੁਰਬਾਨ ਜੀਓ, ਮਹਾਰਾਜ ਜੀ ਆਪ ਕਿਰਪਾ ਕਰੋ, ਅਸੀਂ ਆਪ ਤੋਂ ਕੁਰਬਾਨ ਵਾਰਨੇ ਬਲਹਾਰਣੇ ਜਾਈਏ। ਹਾਂਜੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਇਸ ਤੋਂ ਅੱਗੇ ਭੋਗਾਂ ਦੇ ਸ਼ਲੋਕਾਂ ਦੀ ਕਥਾ ਆਰੰਭ ਹੁੰਦੀ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਇਸ ਦੀ ਉਥਾਨਕਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਦਿੱਲੀ ਦੇ ਉਸ ਕਾਰਾਗ੍ਰਹਿ ਵਿੱਚ ਮਹਾਰਾਜ ਜੀ ਇਹ ਅੰਮ੍ਰਿਤ ਗੁਰਬਾਣੀ ਦੀ ਵਰਖਾ ਕਰਦੇ ਹਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਜਿੰਨੀ ਬਾਣੀ ਹੈ, ਜਿਸ ਸਮੇਂ ਸਾਧ ਸੰਗਤ ਜੀ ਬਾਜਾਂ ਵਾਲੇ ਪਿਤਾ ਜੀਆਂ ਨੇ ਆਖਿਆ ਸੀ ਧੀਰਮਲ ਜੀਆਂ ਨੂੰ ਕਿ ਤੁਸੀਂ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਸਾਨੂੰ ਜਿਸ ਤਰ੍ਹਾਂ ਗੁਰਸਿੱਖਾਂ ਨੂੰ ਲੈਣ ਵਾਸਤੇ ਭੇਜਿਆ, ਧੀਰਮਲ ਨੇ ਅੱਗੋਂ ਇਨਕਾਰ ਕਰਦੇ ਹੋਏ ਕਿਹਾ ਜੇ ਉਹ ਗੁਰੂ ਹਨ ਤੇ ਆਪੇ ਬਾਣੀ ਰਚ ਲੈਣ, ਕਿਉਂਕਿ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਉਹ ਧੀਰਮਲ ਦੇ ਪਾਸ ਸੀ, ਜਿਸ ਦੇ ਵਿੱਚ ਪਹਿਲੇ 5 ਪਾਤਸ਼ਾਹੀਆਂ ਜੀਆਂ ਦੀ ਗੁਰਬਾਣੀ ਦਰਜ ਸੀ। ਬਾਜਾਂ ਵਾਲੇ ਪਿਤਾ ਜੀਆਂ ਨੇ ਉਸ ਬੀੜ ਨੂੰ ਸਾਧ ਸੰਗਤ ਜੀ ਕੀਰਤਪੁਰ ਸਾਹਿਬ ਵਾਲੀ ਬੀੜ ਕਿਹਾ ਜਾਂਦਾ ਹੈ। ਉਸ ਤੋਂ ਉਪਰੰਤ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਨੇ ਸਾਧ ਸੰਗਤ ਜੀ ਇਹ ਨਾਵੇਂ ਪਾਤਸ਼ਾਹ ਜੀਆਂ ਦੀ ਬਾਣੀ ਇਕੱਤਰ ਕਰਕੇ ਹਜੂਰ ਨੇ ਸਮਾਧੀ ਲੀਨ 20 ਆਸਣ ਲਾ ਕੇ ਦਮਦਮਾ ਸਾਹਿਬ ਵਾਲੀ ਧਰਤੀ ਤੇ ਸਾਧ ਸੰਗਤ ਜੀ 9 ਮਹੀਨੇ ਤੇ 9 ਦਿਨ ਤੇ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਇਤਿਆਦਿਕ ਸਮੇਂ ਦੇ ਵਿੱਚ ਹਜੂਰ ਨੇ ਆਪਣੀ ਰਸਨਾ ਤੋਂ ਇੱਕ ਓੰਕਾਰ ਤੋਂ ਲੈ ਕੇ 18 10 20 ਤੀਕਰ ਮਹਾਰਾਜ ਜੀਆਂ ਨੇ ਕੰਠੇ ਸਥਲ ਬਾਣੀ ਰਚੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਜੈਤ ਜਿਸ ਤਰ੍ਹਾਂ ਰਾਗ ਜੈਜਾਵੰਤੀ ਦੀ ਜਿਸ ਤਰ੍ਹਾਂ ਸੰਪੂਰਨ ਹੋਏ ਹਨ, ਇਸ ਤੋਂ ਅੱਗੇ ਜਿਸ ਤਰ੍ਹਾਂ ਸਾਧ ਸੰਗਤ ਜੀ ਨਾਵੇਂ ਪਾਤਸ਼ਾਹ ਜੀ ਮਹਾਰਾਜ ਜੀਆਂ ਦੇ ਭੋਗਾਂ ਦੇ ਸ਼ਲੋਕਾਂ ਦੀ ਕਥਾ ਆਉਂਦੀ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਨੇ ਸਾਧ ਸੰਗਤ ਜੀ ਕਿਸ ਕਾਰਨ ਵਾਸਤੇ ਸ਼ਹਾਦਤ ਦਿੱਤੀ ਹੈ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ ਖੇਤ। ਐਸੇ ਸੂਰਮੇ ਹੁੰਦੇ ਹਨ ਜੋ ਧਰਮ ਦੀ ਖਾਤਰ ਜੂਝ ਜਾਂਦੇ ਹਨ। ਇਹ ਪੰਕਤੀਆਂ ਸਾਧ ਸੰਗਤ ਜੀ ਉਹਨਾਂ ਨੇ ਲਿਖੀ ਹੈ ਭਗਤ ਕਬੀਰ ਜੀਆਂ ਨੇ, ਜਿਨ੍ਹਾਂ ਨੇ ਕਦੇ ਸ਼ਸਤਰ ਆਪਣੇ ਕਰ ਕਮਲਾਂ ਵਿੱਚ ਪਕੜ ਕੇ ਨਾ ਦੇਖੇ ਸਾਰੀ ਜ਼ਿੰਦਗੀ, ਪਰ ਹਜੂਰ ਦੀ ਗੁਰਬਾਣੀ ਦੱਸਦੀ ਹੈ ਕੈਸੇ ਸੂਰਬੀਰ ਹੁੰਦੇ ਹਨ ਉਹ ਭਗਤ। ਸੈਨਾ ਸਾਧ ਸਮੂਹ ਸੂਰ ਅਜਿਤੰ, ਜਿਹੜੇ ਸਾਧੂਆਂ ਦੀ ਸੈਨਾ ਹੁੰਦੀ ਹੈ ਐਸੇ ਸੂਰਮੇ ਹੁੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਉਹ ਅਜੇਤੂ ਸੂਰਮੇ ਹੁੰਦੇ ਹਨ, ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ। ਸਨਾਹੰ ਤਨ ਨਿਮਰਤਾਹ। ਫਿਰ ਜਿਸ ਸਮੇਂ ਸਾਧ ਸੰਗਤ ਜੀ ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੂੰ ਪੁੱਛਦੇ ਹਨ ਹਜੂਰ ਉਹਨਾਂ ਦੀ ਸੈਨਾ ਤਾਂ ਅਜਿਤੰਗ ਹੁੰਦੀ ਹੈ, ਪਰ ਸੈਨਾ ਦੇ ਵਿੱਚ ਸਾਧ ਸੰਗਤ ਜੀ ਜਿਸ ਸਮੇਂ ਪੁੱਛਦੇ ਹਨ ਹਜੂਰ ਉਹਨਾਂ ਨੇ ਤਾਂ ਹੱਥ ਦੇ ਵਿੱਚ ਮਹਾਰਾਜ ਜੀ ਸ਼ਸਤਰ ਪਕੜੇ ਹੁੰਦੇ ਹਨ, ਸਰੀਰ ਤੇ ਮਹਾਰਾਜ ਜੀ ਢਾਲਾਂ ਹੁੰਦੀਆਂ ਹਨ ਹੱਥ ਵਿੱਚ ਪਕੜੀਆਂ, ਸੰਜੋਗ ਬਖਤਨਾ ਪਹਿਨੀਆਂ ਹੁੰਦੀਆਂ ਹਨ। ਇਹਨਾਂ ਸਾਧੂ ਮਹਾਤਮਾ ਨੇ ਕੀ ਪਕੜਿਆ ਹੈ? ਹਜੂਰ ਕਹਿੰਦੇ ਹਨ ਜਿਹੜੀ ਸਾਧ ਸੰਗਤ ਜੀ ਲੋਹੇ ਦੀ ਜੈਕਟ ਜਿਹਨੂੰ ਸਨਾਹ ਕਹਿੰਦੇ ਹਨ, ਬੁਲਟ ਪ੍ਰੂਫ ਜੈਕਟ, ਮਹਾਰਾਜ ਜੀ ਕਹਿੰਦੇ ਹਨ ਨਿਮਰਤਾਹ। ਨਿਮਰਤਾ ਦੀ ਸਾਧੂ ਮਹਾਤਮਾ ਨੇ ਬੁਲਟ ਪ੍ਰੂਫ ਜੈਕਟ ਪਹਿਨੀ ਹੁੰਦੀ ਹੈ, ਹਰੇਕ ਦੇ ਅੱਗੇ ਹੱਥ ਜੋੜ ਕੇ ਖੜੇ ਰਹਿੰਦੇ ਹਨ, ਇੰਨੀ ਨਿਮਰਤਾ ਹੁੰਦੀ ਹੈ। ਕਿਸੇ ਦੇ ਈਰਖਾ ਦੇ ਕੱਢੇ ਹੋਏ ਤੀਰ ਉਹਨਾਂ ਨੂੰ ਨਹੀਂ ਵੱਜਦੇ। ਜੇ ਕੋਈ ਕਹਿੰਦਾ ਹੈ ਤੁਸੀਂ ਪਖੰਡੀ ਹੋ,
ਪਹਿਲਾਂ ਹੀ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਜੀ ਤੁਸੀਂ ਸਾਨੂੰ ਪਹਿਚਾਨ ਲਿਆ, ਅਸੀਂ ਤਾਂ ਪਖੰਡੀ ਹਾਂ। ਆਪਦਾ ਹੈ ਗੁਣ ਗੋਬਿੰਦ ਰਮਣੰ, ਹੱਥ ਦੇ ਵਿੱਚ ਤੇਗਾ ਕਿਹੜਾ ਪਕੜਿਆ ਹੁੰਦਾ ਹੈ? ਗੋਬਿੰਦ ਰਮਣੰ। ਮਹਾਰਾਜ ਜੀਆਂ ਦਾ ਵਾਹਿਗੁਰੂ ਮੰਤਰ ਜਦੋਂ ਇੱਕ ਵਾਰ ਵਾਹਿਗੁਰੂ ਮੁਖ ਤੋਂ ਪ੍ਰੇਮ ਨਾਲ ਕਹਿੰਦੇ ਹਨ, ਸਭ ਵਿਕਾਰਾਂ ਨੂੰ ਨੇਜੇ ਦੀ ਨਿਆਈ ਪਰੋ ਕੇ ਸੱਟ ਦਿੰਦੇ ਹਨ। ਫਿਰ ਢਾਲੇ ਕਿਹੜੇ ਪਕੜੇ ਹਨ ਗੁਰਸਿੱਖਾਂ ਨੇ? ਓਟ ਗੁਰ ਸ਼ਬਦ ਕਰ ਚਰਮਣ ਹੈ। ਗੁਰੂ ਦੇ ਸ਼ਬਦ ਦੀ ਓਟ ਉਹਨਾਂ ਨੇ ਹੱਥ ਵਿੱਚ ਢਾਲੇ ਪਕੜੇ ਹਨ, ਕਿਉਂਕਿ ਸਾਧ ਸੰਗਤ ਜੀ ਢਾਲਿਆਂ ਦੇ ਉੱਤੇ ਆਉਂਦਾ ਹੋਇਆ ਵਾਰ ਰੁਕ ਜਾਂਦਾ ਹੈ। ਜੇ ਕੋਈ ਉਹਨਾਂ ਦੇ ਪਾਸ ਕੋਈ ਵਿਕਾਰੀ ਆਵੇ, ਕੋਈ ਉਹਨਾਂ ਤੇ ਕ੍ਰੋਧ ਕਰੇ, ਕੋਈ ਭੈੜੇ ਬਚਨ ਕਰੇ, ਉਹ ਕਹਿੰਦੇ ਹਨ ਗੁਰੂ ਦੇ ਓਟ ਸ਼ਬਦ ਦੀ ਓਟ ਲਈ ਹੈ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਐਸੀ ਮਨ ਦੇ ਵਿੱਚ ਹਜੂਰ ਦੇ ਸ਼ਬਦ ਦੀ ਓਟ ਲੈਂਦੇ ਹਨ, ਕਹਿੰਦੇ ਹਨ ਹਜੂਰ ਦਾ ਸ਼ਬਦ ਸਾਡੀ ਰੱਖਿਆ ਕਰੇਗਾ। ਫਿਰ ਜਦੋਂ ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਪੁੱਛਦੇ ਹਨ, ਹਜੂਰ ਜਿਹੜੀ ਸਾਧੂਆਂ ਦੀ ਸੈਨਾ ਹੁੰਦੀ ਹੈ ਮਹਾਰਾਜ ਜੀ, ਕੋਈ ਰੱਥਾਂ ਤੇ ਹੁੰਦੀ ਹੈ, ਕੋਈ ਪੈਦਲ ਹੁੰਦੀ ਹੈ, ਕੋਈ ਹਾਥੀਆਂ ਤੇ ਹੁੰਦੀ ਹੈ? ਉਸ ਸਮੇਂ ਹਜੂਰ ਨੇ ਕਿਹਾ ਸੀ, ਆਰੂੜ ਤੇ ਅਸ ਰਥ ਨਗ ਹੈ, ਬੁਝੰਤੇ ਪ੍ਰਭ ਮਾਰਗੇ। ਹਜੂਰ ਕਹਿੰਦੇ ਹਨ ਜਿਹੜੇ ਤਾਂ ਮਨ ਕਰਕੇ ਫਿਰ ਸਾਧ ਸੰਗਤ ਜੀ ਰਸਨਾ ਤੋਂ ਗਾਉਂਦੇ ਹਨ ਗੁਰਸਿੱਖ, ਇਹ ਤਾਂ ਹਜੂਰ ਕਹਿੰਦੇ ਹਨ ਭਾਵ ਵਾਹਿਗੁਰੂ ਜਿਹੜੇ ਕੰਨਾਂ ਨਾਲ ਸ਼ਬਦ ਸੁਣਦੇ ਹਨ, ਇਹ ਤਾਂ ਹਜੂਰ ਕਹਿੰਦੇ ਹਨ ਪੈਦਲ ਸੈਨਾ ਹੈ। ਫਿਰ ਸਾਧ ਸੰਗਤ ਜੀ ਸੁਣ ਕੇ ਮੰਨ ਲੈਂਦੇ ਹਨ ਹਿਰਦੇ ਦੇ ਵਿੱਚ, ਇਹ ਮਹਾਰਾਜ ਜੀ ਕਹਿੰਦੇ ਹਨ ਘੋੜਿਆਂ ਦੀ ਸੈਨਾ ਹੈ। ਇਹ ਮੰਨ ਲਿਆ ਹੈ ਕਿ ਨਾਮ ਤੋਂ ਬਿਨਾ ਮਣਾ ਕੁਝ ਨਾਲ ਨਹੀਂ ਜਾਣਾ। ਫਿਰ ਨਿਧਿਆਸਨ ਜਿਨ੍ਹਾਂ ਨੇ ਕੀਤਾ ਹੈ, ਹਜੂਰ ਕਹਿੰਦੇ ਹਨ ਇਹ ਹਾਥੀਆਂ ਦੀ ਸੈਨਾ ਹੈ। ਮਹਾਰਾਜ ਜੀ ਫਿਰ ਉਹ ਕਿੱਥੇ ਭਾਵ ਜਿੱਥੇ ਰਣਕ ਖੇਤਰ ਕਿਹੜਾ ਹੈ? ਹਜੂਰ ਕਹਿੰਦੇ ਹਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਮਾਰਗ ਨੂੰ ਲੱਭਦੇ ਹਨ। ਵਿਚਰਤੇ ਨਿਰਭਯੰਗ ਸਤਰ ਸੈਨਾ। ਫਿਰ ਐਸੇ ਸੂਰਮੇ ਨਿਰਭੈ ਹੋ ਕੇ ਸ਼ਤਰੂਆਂ ਦੀ ਸੈਨਾ ਵਿੱਚ ਵਿਚਰਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਜੇ ਅੰਤਰੀਵ ਅਰਥ ਲਾਏ ਜਾਵਨ ਸੰਸਾਰ ਦੇ ਵਿੱਚ ਬਹੁਤ ਜਿਸ ਤਰ੍ਹਾਂ ਮੰਨਿਆ ਜਾਂਦਾ ਹੈ, ਇਹ ਵਿਸ਼ੇ ਪ੍ਰਬਲ ਹਨ। ਸੰਸਾਰ ਦੇ ਵਿੱਚ ਸਾਧੂ ਮਹਾਤਮਾ ਨਿਰਭੈ ਹੋ ਕੇ ਵਿਚਰਦੇ ਹਨ। ਧਯੰਤੇ ਗੋਪਾਲ ਕੀਰਤਨ ਹੈ, ਵਾਹਿਗੁਰੂ ਦੇ ਨਾਮ ਦੀ ਕਥਾ ਕੀਰਤਨ ਦਾ ਉਹ ਸੂਰਮੇ ਹੱਲਾ ਬੋਲਦੇ ਹਨ। ਜਿਤ ਤੇ ਵਿਸ਼ਵ ਸੰਸਾਰੇ, ਮਹਾਰਾਜ ਜੀ ਕਹਿੰਦੇ ਹਨ ਪੰਡਿਤ ਜੀ ਇਸੇ ਤਰ੍ਹਾਂ ਉਹ ਸੂਰਮੇ ਸੰਸਾਰ ਨੂੰ ਜਿੱਤ ਲੈਂਦੇ ਹਨ। ਹਜੂਰ ਸੰਸਾਰ ਨੂੰ ਕਿਵੇਂ ਜਿੱਤ ਲੈਂਦੇ ਹਨ? ਕਿਉਂਕਿ ਮਨ ਜੀਤੈ ਜਗ ਜੀਤ। ਉਹ ਸੂਰਮੇ ਮਨ ਦੇ ਜੇਤੂ ਹੁੰਦੇ ਹਨ। ਮਹਾਰਾਜ ਜੀ ਕਹਿੰਦੇ ਹਨ ਨਾਨਕ ਵਸਿਅੰ ਕਰੋਤ ਪੰਚ ਤਸਕਰ ਹੈ। ਉਹ ਇਹ ਪੰਜ ਚੋਰਾਂ ਨੂੰ ਵਸ ਵਿੱਚ ਕਰ ਲੈਂਦੇ ਹਨ। ਐਸੇ ਸਾਧ ਸੰਗਤ ਜੀ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮੈਂ ਸਾਕਾ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ ਤਿਲਕ ਤੇ ਜੰਜੂ ਦੀ ਰਾਖੀ ਵਾਸਤੇ। ਹਾਲਾਂਕਿ ਗੁਰਸਿੱਖ ਨਾ ਹੀ ਤਿਲਕ ਲਾਉਂਦੇ ਹਨ ਨਾ ਹੀ ਜੰਜੂ ਪਹਿਨਦੇ ਹਨ, ਪਰ ਹਜੂਰ ਨੇ ਉਹਨਾਂ ਦੇ ਧਰਮ ਦੀ ਰੱਖਿਆ ਕਰਕੇ ਕੀਨੋ ਵੱਡੋ ਕਲੂ ਮੈਂ ਸਾਕਾ, ਐਸਾ ਕਲਯੁਗ ਦੇ ਵਿੱਚ ਭਾਰੀ ਸਾਕਾ ਹਜੂਰ ਨੇ ਵਰਤਾਇਆ ਹੈ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ। ਮਹਾਰਾਜ ਜੀ ਕਹਿੰਦੇ ਹਨ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕਹਿ ਆਵਤ ਲਾਜਾ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਅਵਤਾਰ, ਗੁਰਦੁਆਰਾ ਗੁਰੂ ਕਾ ਮਹਿਲ, ਅੰਮ੍ਰਿਤਸਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਨਗਰੀ, ਉਸ ਤੋਂ ਸਾਧ ਸੰਗਤ ਜੀ ਅਕਾਲ ਤਖਤ ਸਾਹਿਬ ਦੀ ਪਿਛਲੀ ਸਾਈਡ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਧੰਨ ਮਾਤਾ ਨਾਨਕੀ ਜੀਆਂ ਦੀ ਕੁੱਖ ਤੋਂ ਮਹਾਰਾਜ ਜੀਆਂ ਦਾ ਅਵਤਾਰ ਹੁੰਦਾ ਹੈ। ਜਿਸ ਤਰ੍ਹਾਂ ਬਚਪਨ ਵਿੱਚ ਹੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਿਸ ਸਮੇਂ ਦਾਈ ਹਜੂਰ ਦੇ ਪਾਸ ਲੈ ਕੇ ਆਉਂਦੀ ਹੈ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਸ, ਉਸ ਸਮੇਂ ਸਾਧ ਸੰਗਤ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਦੇ ਨਾਲ ਤਖਤ ਤੇ ਸੱਜ ਬੈਠਦੇ ਹਨ, ਮਹਾਰਾਜ ਜੀਆਂ ਨੇ ਜਿਸ ਸਮੇਂ ਹਜੂਰ ਦੀਆਂ ਮੀਰੀ ਪੀਰੀ ਦੀਆਂ ਸ੍ਰੀ ਸਾਹਿਬਾਂ ਨੂੰ ਹਜੂਰ ਨੇ ਹੱਥ ਪਾਇਆ, ਜਿਸ ਤਰ੍ਹਾਂ ਆਮ ਬਾਲਕਾਂ ਦੀ ਜਿਸ ਤਰ੍ਹਾਂ ਕਹਿੰਦੇ ਹਨ ਉਹ ਕਦੇ ਕੱਪੜਿਆਂ ਨੂੰ ਕਦੇ ਕੇਸਾਂ ਨੂੰ ਹੱਥ ਪਾਉਂਦੇ ਹਨ, ਪਰ ਹਜੂਰ ਨੇ ਤੇਗੇ ਦੇ ਮੁੱਠੇ ਨੂੰ ਹੱਥ ਪਾਇਆ ਸੀ। ਦਾਈ ਨੇ ਪੁੱਛਿਆ ਸੀ ਮਹਾਰਾਜ ਜੀ ਆਪ ਕੋਈ ਇਹਨਾਂ ਦਾ ਮਹਾਰਾਜ ਜੀ ਨਾਮ ਰੱਖੋ।
ਉਸ ਸਮੇਂ ਹਜੂਰ ਨੇ ਕਿਹਾ ਸੀ, ਇਹਨਾਂ ਨੇ ਨਾਮ ਆਪਣਾ ਆਪਣੇ ਆਪ ਹੀ ਰੱਖ ਲਿਆ ਹੈ, ਇਹਨਾਂ ਦਾ ਨਾਮ ਤੇਗ ਬਹਾਦਰ ਹੋਵੇਗਾ। ਐਸੀ ਤੇਗ ਦੀ ਬਹਾਦਰੀ ਦਿਖਾਉਣਗੇ, ਇਹਨਾਂ ਦੇ ਬਰਾਬਰ ਤਰਲੋਕੀ ਵਿੱਚ ਕੋਈ ਨਹੀਂ ਹੋਵੇਗਾ। ਇਸ ਤਰ੍ਹਾਂ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੂੰ ਹਜੂਰ ਬੜਾ ਪ੍ਰੇਮ ਕਰਿਆ ਕਰਦੇ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਸ ਸਮੇਂ ਹਜੂਰ ਨੇ ਜੋਤੀ ਜੋਤ ਸਮਾਉਣਾ ਸੀ, ਜਿੱਥੇ ਸਾਧ ਸੰਗਤ ਜੀ ਉਹ ਕੀਰਤਪੁਰ ਸਾਹਿਬ ਜੀਆਂ ਦੀ ਧਰਤੀ, ਸਭ ਗੁਰਸਿੱਖ ਸੰਗਤਾਂ ਨੂੰ ਹਜੂਰ ਉਪਦੇਸ਼ ਦੇ ਰਹੇ ਹਨ। ਜਿਸ ਸਮੇਂ ਗੁਰਸਿੱਖਾਂ ਨੇ ਪੁੱਛਿਆ, ਹਜੂਰ ਸਾਨੂੰ ਕੋਈ ਉਪਦੇਸ਼ ਦਿੱਤਾ ਜਾਵੇ। ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਸੀ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ। ਹਜੂਰ ਨੇ ਕਿਹਾ ਹੈ, ਜਿਸ ਤਰ੍ਹਾਂ ਕੋਈ ਪੁਰਬ ਤੇ ਤਿਉਹਾਰਾਂ ਤੇ ਦੀਵੇ ਜਲਾਏ ਜਾਂਦੇ ਹਨ, ਹਜੂਰ ਕਹਿੰਦੇ ਹਨ ਸਭ ਤੋਂ ਸ੍ਰੇਸ਼ਟ ਚਾਨਣ ਹੈ ਹਿਰਦੇ ਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਚਾਨਣ ਹੋ ਜਾਣਾ। ਆਰਾਧਨਾ ਆਰਾਧਨ ਨੀਕਾ, ਹਰ ਹਰ ਨਾਮ ਆਰਾਧਨਾ। ਹਜੂਰ ਕਹਿੰਦੇ ਹਨ ਜੇ ਸਿਮਰਨ ਕਰਨਾ ਚਾਹੀਏ ਤਾਂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਾ ਸਿਮਰਨ ਕਰਨਾ ਚਾਹੀਏ। ਗੁਰਸਿੱਖੋ, ਉਸ ਨੂੰ ਆਰਾਧਨਾ ਸਭ ਤੋਂ ਨੀਕਾ ਭਾਵ ਸੁੰਦਰ ਹੈ। ਹਜੂਰ ਕਹਿੰਦੇ ਹਨ ਤਿਆਗਣਾ ਤਿਆਗਣ ਨੀਕਾ। ਹਜੂਰ ਨੇ ਦੱਸਿਆ ਸੀ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ, ਗੁਰਸਿੱਖੋ ਜੇ ਕੁਝ ਤਿਆਗਣਾ ਹੋਵੇ ਸਭ ਤੋਂ ਨੀਕਾ ਅੱਛਾ ਵਿਸ਼ੇਸ਼ ਤਿਆਗਣਾ ਕੀ ਹੈ? ਕਾਮ ਕ੍ਰੋਧ ਲੋਭ ਤਿਆਗਣਾ, ਮਾਗਣਾ ਮਾਗਣ ਨੀਕਾ, ਹਰ ਜਸ ਗੁਰ ਤੇ ਮਾਗਣਾ। ਹਜੂਰ ਨੇ ਮੰਗਣ ਦਾ ਵੀ ਸਾਨੂੰ ਉੱਥੇ ਵੱਲ ਦੱਸਿਆ ਸੀ। ਗੁਰਸਿੱਖੋ, ਜੇ ਹਜੂਰ ਤੋਂ ਕੁਝ ਮੰਗਣਾ ਹੋਵੇ ਤਾਂ ਹਰੀ ਦਾ ਜਸ ਹੀ ਸਦਾ ਹਜੂਰ ਤੋਂ ਮੰਗਿਆ ਜਾਵੇ, ਸਭ ਤੋਂ ਉਹ ਨੀਕਾ ਸੁੰਦਰ ਹੈ। ਹਜੂਰ ਨੇ ਆਖਿਆ ਸੀ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮਹਿ ਜਾਗਣਾ। ਜੇ ਜਾਗਣਾ ਸਭ ਤੋਂ ਸ੍ਰੇਸ਼ਟ ਹੈ, ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਵਿੱਚ ਜਾਗਣਾ ਸਭ ਤੋਂ ਸ੍ਰੇਸ਼ਟ ਹੈ। ਲਾਗਣਾ ਲਾਗਣ ਨੀਕਾ, ਗੁਰ ਚਰਣੀ ਮਨ ਲਾਗਣਾ। ਜੇ ਕਿਤੇ ਮਨ ਲਾਉਣਾ ਹੈ ਗੁਰਸਿੱਖਾ, ਸਭ ਤੋਂ ਸੁੰਦਰ ਹੈ ਗੁਰੂ ਦੇ ਚਰਨਾਂ ਦੇ ਨਾਲ ਮਨ ਲਾ ਲੈਣਾ। ਚਿਤ ਚਰਨ ਨਾਮ, ਹਜੂਰ ਦੇ ਨਾਮ ਦੇ ਨਾਲ ਆਪਣਾ ਮਨ ਲਾ ਲੈਣਾ। ਇਹ ਬਿਦ ਤਿਸੈ ਪ੍ਰਾਪਤੇ, ਜਾ ਕੇ ਮਸਤਕ ਭਾਗਣਾ। ਹਜੂਰ ਨੇ ਬਚਨ ਕਹੇ ਸੀ, ਇਹ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਵਿਧੀ ਜਿਨ੍ਹਾਂ ਦੇ ਮੱਥੇ ਤੇ ਹਜੂਰ ਨੇ ਸ੍ਰੇਸ਼ਟ ਲੇਖ ਪਾ ਦਿੱਤੇ ਹਨ। ਕਹੋ ਨਾਨਕ ਤਿਸ ਸਭ ਕਿਜ ਨੀਕਾ, ਜੋ ਪ੍ਰਭ ਕੀ ਸਰਨਾਗਣਾ। ਹਜੂਰ ਕਹਿੰਦੇ ਹਨ ਉਹਨਾਂ ਲਈ ਸਭ ਕੁਝ ਨੀਕਾ ਭਲਾ ਹੈ ਜਿਹੜੇ ਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਹਨ। ਜਿਸ ਸਮੇਂ ਐਸੇ ਉਪਦੇਸ਼ ਹਜੂਰ ਨੇ ਗੁਰਸਿੱਖਾਂ ਨੂੰ ਬਖਸ਼ੇ, ਧੰਨ ਮਾਤਾ ਨਾਨਕੀ ਜੀ ਵੀ ਉਸੇ ਸਮੇਂ ਹਜੂਰ ਦੇ ਪਾਸ ਆ ਕੇ ਕਹਿੰਦੇ ਹਨ, ਹਜੂਰ ਕਿਰਪਾ ਕਰੋ, ਮਹਾਰਾਜ ਜੀ ਆਪ ਨੇ ਸਭ ਦੀਆਂ ਝੋਲੀਆਂ ਭਰੀਆਂ ਹਨ, ਮੇਰਾ ਇੱਕ ਪੁੱਤਰ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ, ਮਾਤਾ ਜੀ ਕਹਿੰਦੇ ਹਨ ਜਿਸ ਤਰ੍ਹਾਂ ਉਹ ਸਧਾਰਨ ਹਨ, ਬਾਹਲੀ ਸੰਸਾਰਕ ਵਿਵਹਾਰਾਂ ਵਿੱਚ ਉਹ ਰੁਚੀ ਨਹੀਂ ਰੱਖਦੇ, ਨਾ ਹੀ ਮਹਾਰਾਜ ਜੀ ਉਹ ਕਿਸੇ ਕਾਰੋਬਾਰ ਕਰਦੇ ਹਨ। ਮਹਾਰਾਜ ਜੀ ਆਪ ਜੀਆਂ ਨੇ ਗੁਰਤਾ ਗੱਦੀ ਪੋਤਰੇ ਨੂੰ ਬਖਸ਼ ਦਿੱਤੀ ਹੈ। ਅਸੀਂ ਤਾਂ ਸੋਚਦੇ ਸੀ ਆਪ ਸਾਡੇ ਪੁੱਤਰ ਨੂੰ ਪ੍ਰੇਮ ਕਰਦੇ ਹੋ। ਉਸ ਸਮੇਂ ਸਾਧ ਸੰਗਤ ਜੀ, ਜਿਸ ਸਮੇਂ ਮਾਤਾ ਨਾਨਕੀ ਜੀਆਂ ਨੇ ਐਸੇ ਬਚਨ ਆਖੇ, ਉਸ ਸਮੇਂ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜ਼ਿਕਰ ਆਉਂਦਾ ਹੈ ਪ੍ਰਸ਼ਾਦਾ ਛਕਦੇ ਹੋਏ ਜਿਸ ਰਮਾਲ ਦੇ ਨਾਲ ਮਹਾਰਾਜ ਜੀਆਂ ਨੇ ਆਪਣੇ ਕਰ ਕਮਲ ਜਿਸ ਤਰ੍ਹਾਂ ਪੂੰਝੇ ਸੀ, ਮਾਤਾ ਜੀਆਂ ਦੀ ਝੋਲੀ ਵਿੱਚ ਪਾਉਂਦੇ ਹੋਏ ਹਜੂਰ ਨੇ ਬਚਨ ਕਹੇ ਸੀ, ਜਿਸ ਪੁੱਤਰ ਨੂੰ ਆਪ ਸਧਾਰਨ ਸਮਝ ਰਹੇ ਹੋ, ਇਹ ਧਰਮ ਧੁਜ ਹੋਣਗੇ, ਇਹ ਧਰਮ ਦੇ ਥੰਮ ਹੋਣਗੇ। ਸੰਸਾਰ ਦੇ ਵਿੱਚ ਇਹਨਾਂ ਨੇ ਮਹਾਰਾਜ ਜੀਆਂ ਨੇ ਕਿਹਾ ਹੈ ਧਰਮ ਦੀ ਰੱਖਿਆ ਕਰਕੇ ਵਿਸ਼ੇਸ਼ ਕਾਰਨ ਵਾਸਤੇ ਇਹਨਾਂ ਦਾ ਅਵਤਾਰ ਹੋਇਆ ਹੈ। ਉੱਥੇ ਹੀ ਮਹਾਰਾਜ ਜੀਆਂ ਨੇ ਹੋਰ ਵਰ ਬਖਸ਼ਦੇ ਹੋਏ ਮਾਤਾ ਜੀਆਂ ਨੂੰ ਕਿਹਾ, ਇਹਨਾਂ ਦੇ ਘਰ ਜੋ ਪੁੱਤਰ ਹੋਣਗੇ ਉਹ ਇਸ ਜ਼ਾਲਮ ਜੋ ਸਰਕਾਰ ਹੈ, ਜੋ ਇਹ ਜਰਵਾਣੇ ਹਨ, ਇਹਨਾਂ ਦੀਆਂ ਜੜ੍ਹਾਂ ਪੁੱਟ ਦੇਣਗੇ। ਬਾਜਾਂ ਵਾਲੇ ਪਿਤਾ ਜੀਆਂ ਦੇ ਆਉਣ ਦਾ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਉੱਥੇ ਸੰਕੇਤ ਦਿੱਤਾ ਸੀ, ਉਸ ਸਮੇਂ ਸਾਧ ਸੰਗਤ ਜੀ, ਧੰਨ ਮਾਤਾ ਨਾਨਕੀ ਜੀ, ਜਿਸ ਸਮੇਂ ਹਜੂਰ ਨੇ ਬਚਨ ਕਹੇ ਇਹਨਾਂ ਦੇ ਪਾਸ ਗੁਰਤਾ ਗੱਦੀ ਆਵੇਗੀ, ਮਾਤਾ ਨਾਨਕੀ ਜੀਆਂ ਨੂੰ ਐਸੇ ਬਚਨ ਕਹੇ, ਮਾਤਾ ਜੀ ਉਸ ਸਮੇਂ ਸਾਧ ਸੰਗਤ ਜੀ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਮਾਤਾ ਜੀ ਆ ਜਾਂਦੇ ਹਨ। ਧੰਨ ਭਾਈ ਗੜੀਆ ਜੀ ਇਤਿਆਦਿਕ ਗੁਰਸਿੱਖ ਜਿਨ੍ਹਾਂ ਦੇ ਚਰਨਾਂ ਦੇ ਛੋਹਣ ਨਾਲ ਮਿੱਟੀ ਸੋਇਨੇ ਦੀ ਬਣ ਜਾਂਦੀ ਹੈ, ਐਸੇ ਥੋੜੇ ਪ੍ਰੇਮ ਵਾਲੇ ਗੁਰਸਿੱਖ ਮਾਤਾ ਜੀਆਂ ਦੇ ਨਾਲ ਇੱਥੇ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਆ ਜਾਂਦੇ ਹਨ। ਮਾਤਾ ਗੁਜਰ ਕੌਰ ਜੀ ਇਸ ਸਥਾਨ ਤੇ ਸਾਧ ਸੰਗਤ ਜੀ,
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ 26 ਸਾਲ ਕੁਝ ਮਹੀਨੇ ਮਹਾਰਾਜ ਜੀਆਂ ਨੇ ਸਾਧ ਸੰਗਤ ਜੀ ਭੋਰਾ ਸਾਹਿਬ ਵਿੱਚ ਬੈਠ ਕੇ ਮਹਾਰਾਜ ਜੀਆਂ ਨੇ ਨਿਜ ਸਰੂਪ ਵਿੱਚ ਜਿਸ ਤਰ੍ਹਾਂ ਸਮਾਧੀ ਲਾਈ, ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਬੰਦਗੀ ਕੀਤੀ, ਉਸ ਤੋਂ ਉਪਰੰਤ ਸਾਧ ਸੰਗਤ ਜੀ ਜਿਸ ਸਮੇਂ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦਿੱਲੀ ਵਿੱਚ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਹਨ, ਬਚਨ ਕਹਿ ਜਾਂਦੇ ਹਨ, ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਆਪ ਸੰਭਾਲੇ। ਉਸ ਸਮੇਂ ਸਾਧ ਸੰਗਤ ਜੀ ਜਿਸ ਤਰ੍ਹਾਂ ਮੱਖਣ ਸ਼ਾਹ ਦਾ ਹਜੂਰ ਨੂੰ ਪ੍ਰਗਟ ਕਰਨਾ, ਮੱਖਣ ਸ਼ਾਹ ਨੇ ਕੀ ਦੇਖਦਾ ਹੈ, 22 ਹੋਰ ਪਖੰਡੀ ਧੀਰਮਲ ਦੇ ਸਹਿਤ ਵਾਹਿਗੁਰੂ 22 ਹੋਰ ਜਿਸ ਤਰ੍ਹਾਂ ਪਖੰਡੀ ਧੀਰਮਲ ਦੇ ਸਹਿਤ ਇੱਥੇ ਮੰਜੀਆਂ ਲਾਈ ਬੈਠਦੇ ਹਨ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ। ਮੱਖਣ ਸ਼ਾਹ ਦਾ ਬਰੇਤੇ ਵਿੱਚ ਫਸਿਆ ਹੋਇਆ ਜਹਾਜ਼, ਉਸ ਸਮੇਂ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ, ਮਹਾਰਾਜ ਜੀ ਮੈਂ ਆਪ ਜੀਆਂ ਦੇ ਪਾਸ ਇੰਨੀ ਭੇਟਾ ਚੜਾਵਾਂਗਾ ਜੇ ਮੇਰਾ ਜਹਾਜ਼ ਨਿਕਲ ਜਾਵੇ। ਉਸੇ ਸਮੇਂ ਮੱਖਣ ਸ਼ਾਹ ਦਾ ਜਹਾਜ਼ ਸਮੁੰਦਰ ਵਿੱਚ ਫਸਿਆ ਹੋਇਆ ਨਿਕਲ ਗਿਆ। ਜਿਸ ਸਮੇਂ ਮੱਖਣ ਸ਼ਾਹ ਨੇ ਦੇਖਿਆ ਇਹ 22 ਬੈਠੇ ਹਨ, ਇਹਨਾਂ ਵਿੱਚੋਂ ਗੁਰੂ ਕੌਣ ਹੈ। ਜਿਸ ਸਮੇਂ ਸਾਧ ਸੰਗਤ ਜੀ ਮੱਖਣ ਸ਼ਾਹ ਦੋ ਜਿਸ ਤਰ੍ਹਾਂ ਮੋਹਰਾਂ ਹਰੇਕ ਦੇ ਅੱਗੇ ਰੱਖੀਆਂ ਹਨ, ਸਭ ਕੋਈ ਕੁਝ ਕਵੇ। ਜਿਸ ਸਮੇਂ ਧੀਰਮਲ ਦੇ ਅੱਗੇ 2 ਮੋਹਰਾਂ ਰੱਖੀਆਂ, ਉਸ ਦੇ ਪਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਸਰੂਪ ਸੀ, ਉਸ ਦੇ ਅੱਗੇ ਮੱਖਣ ਸ਼ਾਹ ਨੇ 5 ਮੋਹਰਾਂ ਰੱਖੀਆਂ। ਧੀਰਮਲ ਕਹਿਣ ਲੱਗਾ, ਬੜੀ ਕਿਰਪਾ ਹੈ ਮੱਖਣ ਸ਼ਾਹ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਤੇਰੇ ਤੇ। ਧੀਰਮਲ ਜਦ ਮੱਖਣ ਸ਼ਾਹ ਦੇ ਹੀ ਗੁਣ ਗਾਉਣ ਲੱਗਾ, ਮੱਖਣ ਸ਼ਾਹ ਨੂੰ ਦੇਖ ਕੇ ਠੰਡ ਨਾ ਪਈ ਕਿ ਸਿੱਖ ਭਾਵ ਗੁਰੂ ਸਿੱਖ ਦੇ ਹੀ ਗੁਣ ਗਾਈ ਜਾਵੇ। ਐਸਾ ਸਾਧ ਸੰਗਤ ਜੀ ਮੱਖਣ ਸ਼ਾਹ ਦੇ ਮਨ ਵਿੱਚ ਆਇਆ, ਮੈਨੂੰ ਲੱਗਦਾ ਹੈ ਇੱਥੇ ਗੁਰੂ ਹੈ ਹੀ ਨਹੀਂ। ਪਰ ਫਿਰ ਮਨ ਦੇ ਵਿੱਚ ਜਿਸ ਤਰ੍ਹਾਂ ਵਿਵੇਕ ਭਾਵ ਗਿਆਨ ਜਾਗਿਆ, ਮਨਾ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਹਨ ਕਿ ਗੁਰੂ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਤੇ ਹਨ। ਮਨ ਦੇ ਵਿੱਚ ਸੋਚਦੇ ਹਨ, ਮੇਰੇ ਹੀ ਮਨਾ ਮਾੜੇ ਭਾਗ ਹਨ ਜੋ ਹਜੂਰ ਦੇ ਦਰਸ਼ਨ ਨਹੀਂ ਹੋ ਰਹੇ। ਮੱਖਣ ਸ਼ਾਹ ਸਾਧ ਸੰਗਤ ਜੀ ਉਸ ਸਮੇਂ ਫਿਰ ਪਤਾ ਲੱਗਦਾ ਹੈ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਬਾਬਤ ਜਦੋਂ ਕੋਈ ਰਾਹਗੀਰ ਦੱਸਦਾ ਹੈ, ਇਸ ਜਗ੍ਹਾ ਤੇ ਮੱਖਣ ਸ਼ਾਹ ਨੇ ਪੁੱਛਿਆ ਸੀ ਕੋਈ ਹੋਰ ਵੀ ਰਹਿੰਦਾ ਹੈ। ਉਹਨਾਂ ਨੇ ਦੱਸਿਆ ਸੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਇੱਥੇ ਪੁੱਤਰ ਰਹਿੰਦੇ ਹਨ, ਪਰ ਉਹ ਸਧਾਰਨ ਹਨ, ਉਹ ਕਿਸੇ ਨਾਲ ਬਹੁਤਾ ਮਿਲਦੇ ਜੁਲਦੇ ਨਹੀਂ। ਉੱਥੇ ਜਾਣ ਦਾ ਤੈਨੂੰ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਉਹਨਾਂ ਤੈਨੂੰ ਮਿਲਣਾ ਹੀ ਨਹੀਂ ਹੈ। ਉਸੇ ਸਮੇਂ ਮੱਖਣ ਸ਼ਾਹ ਦੇ ਮਨ ਵਿੱਚ ਆਇਆ, ਮਨਾ ਹੋਏ ਨਾ ਹੋਵੇ ਗੁਰੂ ਇਹੀ ਹਨ। ਜਿਸ ਸਮੇਂ ਮੱਖਣ ਸ਼ਾਹ ਹਜੂਰ ਦੇ ਪਾਸ ਜਾਂਦੇ ਹਨ, ਉਸ ਸਮੇਂ ਸਾਧ ਸੰਗਤ ਜੀ ਹਜੂਰ ਨੇ ਕੱਲੇ ਮੱਖਣ ਸ਼ਾਹ ਨੂੰ ਆਗਿਆ ਦਿੱਤੀ ਸੀ ਅੰਦਰ ਆਉਣ ਦੀ। ਮੱਖਣ ਸ਼ਾਹ ਮਨ ਵਿੱਚ ਸੋਚਦਾ ਹੈ, ਜਿਸ ਸਮੇਂ 2 ਰੁਪਈਏ ਰੱਖ ਕੇ ਹਜੂਰ ਮੁਖ ਤੋਂ ਕੁਝ ਨਾ ਬੋਲਦੇ ਸੀ, ਉਸ ਸਮੇਂ ਮੱਖਣ ਸ਼ਾਹ ਮਨ ਦੇ ਵਿੱਚ ਜਿਸ ਤਰ੍ਹਾਂ ਉੱਠਿਆ ਸੋਚ ਕੇ, ਮਨਾ ਹਜੂਰ ਦੇ ਤੈਨੂੰ ਦਰਸ਼ਨ ਨਹੀਂ ਹੋ ਰਹੇ, ਤੈਨੂੰ ਤਾਂ ਇਹ ਪ੍ਰਾਣ ਹੀ ਛੱਡ ਦੇਣੇ ਚਾਹੀਦੇ ਹਨ। ਉਸ ਸਮੇਂ ਮੱਖਣ ਸ਼ਾਹ ਸਾਧ ਸੰਗਤ ਜੀ ਜਦੋਂ ਉੱਠਣ ਲੱਗਾ, ਉਸ ਸਮੇਂ ਹਜੂਰ ਨੇ ਮਨ ਦੀ ਭਾਵਨਾ ਜਾਣ ਕੇ ਆਖਿਆ, ਮੱਖਣ ਸ਼ਾਹ ਦੇਖ ਸਾਡੇ ਮੋਢੇ ਤੇ ਹਜੇ ਵੀ ਨਿਸ਼ਾਨ ਹਨ। ਉਸ ਸਮੇਂ ਮੱਖਣ ਸ਼ਾਹ ਨਿਹਾਲ ਹੋ ਗਿਆ। ਜਿਸ ਸਮੇਂ ਹਜੂਰ ਨੇ ਮਨਾ ਕੀਤਾ, ਉਸ ਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਕਰਾਂਗੇ ਜਿਹੜਾ ਸਾਨੂੰ ਪ੍ਰਗਟ ਕਰੇਗਾ, ਕਿਉਂਕਿ ਹਜੂਰ ਨੇ ਬਚਨ ਕਹਿ ਛੱਡੇ ਸੀ। ਜਿਸ ਸਮੇਂ ਧੀਰਮਲ ਦੇ ਮਸੰਦ ਅੱਗੋਂ ਜਾ ਕੇ ਸੰਗਤਾਂ ਨੂੰ ਘੇਰਦੇ ਸੀ ਕਿ ਗੁਰੂ ਧੀਰਮਲ ਹੈ, ਮਾਤਾ ਨਾਨਕੀ ਜੀਆਂ ਨੇ ਸੋਚਿਆ ਸਾਡਾ ਪੁੱਤਰ ਤਾਂ ਕੁਝ ਕਰਦਾ ਨਹੀਂ। ਮਾਤਾ ਜੀਆਂ ਨੇ ਸਿੱਖਾਂ ਨੂੰ ਕਿਹਾ। ਜਿਸ ਸਮੇਂ ਹਜੂਰ ਨੂੰ ਪਤਾ ਲੱਗਾ ਸਿੱਖ ਇਸ ਤਰ੍ਹਾਂ ਦੇ ਬਚਨ ਬਾਹਰ ਕਹਿੰਦੇ ਹਨ, ਹਜੂਰ ਨੇ ਕਹਿ ਦਿੱਤਾ ਸੀ ਕਿ ਜਿਹੜਾ ਵੀ ਸਾਨੂੰ ਪ੍ਰਗਟ ਕਰੇਗਾ ਉਸ ਦਾ ਅਸੀਂ ਮੂੰਹ ਕਾਲਾ ਕਰਾਂਗੇ। ਕਿਉਂਕਿ ਸਾਧ ਸੰਗਤ ਜੀ ਪੂਰੇ ਗੁਰੂ ਨੂੰ ਕੀ ਲੋੜ ਹੈ, ਭਾਵ ਸੂਰਜ ਨੂੰ ਕੀ ਲੋੜ ਹੈ ਦੱਸਣ ਦੀ ਕਿ ਮੈਂ ਸੂਰਜ ਹਾਂ। ਉਸ ਦਾ ਤੇਜ ਪ੍ਰਤਾਪ ਆਪੇ ਹੀ ਦੱਸ ਦਿੰਦਾ ਹੈ ਕਿ ਉਹ ਸੂਰਜ ਹੈ। ਇਸੇ ਤਰ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਹੀ ਜੇ ਮਨ ਵਿੱਚ ਠੰਡ ਨਾ ਪਵੇ ਤਾਂ ਜਾਣ ਲਿਓ ਕਿ ਭਾਵ ਜਾਂ ਤਾਂ ਸਾਡੇ ਖੋਟੇ ਕਰਮ ਹਨ ਜਾਂ ਉਹ ਸਤਿਗੁਰੂ ਨਹੀਂ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਜਿਸ ਸਮੇਂ ਮੱਖਣ ਸ਼ਾਹ ਨੇ ਦਰਸ਼ਨ ਕੀਤੇ, ਮਨ ਵਿੱਚ ਠੰਡ ਪੈ ਗਈ। ਘਰ ਵਿੱਚੋਂ ਜਾ ਕੇ
500 ਸੈਨਾ ਦਾ ਭਾਵ ਮੁਖੀ ਹੈ ਮੱਖਣ ਸ਼ਾਹ, ਧਨਾੜ ਵਪਾਰੀ ਹੈ ਉਸ ਸਮੇਂ ਦਾ। ਮੱਖਣ ਸ਼ਾਹ ਜਾ ਕੇ ਹਜੂਰ ਦੇ ਲੰਗਰਾਂ ਚੋਂ ਚੁੱਲ੍ਹੇ ਵਿੱਚੋਂ ਮੂੰਹ ਕਾਲਾ ਕਰਕੇ ਕਹਿੰਦਾ ਹੈ ਮਹਾਰਾਜ ਜੀਆਂ ਪਾਸ, ਹਜੂਰ ਆਪਣੇ ਪ੍ਰਲੋਕ ਵਿੱਚ ਮੂੰਹ ਕਾਲਾ ਕਰਨਾ ਸੀ, ਮੈਂ ਇੱਥੇ ਆਪੇ ਹੀ ਕਰ ਆਇਆ। ਉਸ ਸਮੇਂ ਐਸਾ ਪ੍ਰੇਮ ਦੇਖ ਕੇ ਹਜੂਰ ਨੇ ਜਿਸ ਤਰ੍ਹਾਂ ਨੇਤਰਾਂ ਨਾਲ ਮੱਖਣ ਸ਼ਾਹ ਨੂੰ ਇਸ਼ਾਰਾ ਕੀਤਾ, ਉਸੇ ਸਮੇਂ ਮੱਖਣ ਸ਼ਾਹ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਚੁਬਾਰੇ ਤੇ ਚੜ੍ਹ ਕੇ ਕਹਿੰਦੇ ਹਨ, ਲਾਧੋ ਰੇ ਗੁਰ ਲਾਧੋ ਰੇ, ਸਾਚਾ ਗੁਰ ਲਾਧੋ ਰੇ। ਹੇ ਸੰਸਾਰ ਦੇ ਲੋਕੋ, ਸੱਚਾ ਸਤਿਗੁਰੂ ਇੱਥੇ ਬੈਠਾ ਹੈ, ਕਿਉਂਕਿ ਸੰਸਾਰ ਦੀ ਹਾਲਤ ਐਸੀ ਹੋ ਗਈ ਸੀ। ਹਜੂਰ ਦੇ ਪਾਸ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ, ਮਹਾਰਾਜ ਜੀ ਕਲਯੁਗ ਦੇ ਵਿੱਚ ਗੁਰਸਿੱਖ ਭਟਕ ਰਹੇ ਹਨ ਬਾਹਰ, ਉਹਨਾਂ ਨੂੰ ਗੁਰੂ ਦੀ ਕਿਤੇ ਭਾਲ ਨਹੀਂ ਹੋ ਰਹੀ। ਉਹ ਮਹਾਰਾਜ ਜੀ ਆਪ ਜੀਆਂ ਦੇ ਦਰਸ਼ਨਾਂ ਦੀ ਗੁਰਸਿੱਖਾਂ ਦੇ ਹਿਰਦੇ ਵਿੱਚ ਲਾਲਸਾ ਹੈ, ਆਪ ਪ੍ਰਗਟ ਹੋਵੋ। ਇੰਨੀ ਖੁਸ਼ੀ ਦੇ ਨਾਲ ਜਦੋਂ ਮੱਖਣ ਸ਼ਾਹ ਨੇ ਪ੍ਰਗਟ ਹਜੂਰ ਨੂੰ ਕੀਤਾ, ਹਜੂਰ ਉਸੇ ਸਮੇਂ ਹਜੂਰ ਲਈ ਤਖਤ ਸਜਾਇਆ ਗਿਆ। ਸੁੰਦਰ ਮਹਾਰਾਜ ਜੀ ਨੇ ਜੀਆਂ ਲਈ ਮੱਖਣ ਸ਼ਾਹ ਬਸਤਰ ਲੈ ਕੇ ਆਇਆ ਸੀ। ਹਜੂਰ ਨੇ ਪ੍ਰੇਮ ਭੇਟਾ ਜਾਣ ਕੇ ਪ੍ਰਵਾਨ ਕੀਤੇ। ਮਹਾਰਾਜ ਜੀ ਤਖਤ ਤੇ ਬੈਠੇ ਹਨ। ਅੱਜ 26 ਸਾਲ ਤੇ ਕੁਝ ਮਹੀਨਿਆਂ ਬਾਅਦ ਸਮਾਧੀ ਚੋਂ ਨਿਕਲ ਕੇ ਹਜੂਰ ਨੇ ਬਚਨ ਉਚਾਰਨ ਕੀਤੇ ਸੀ, ਸਾਧੋ ਮਨ ਕਾ ਮਾਨ ਤਿਆਗੋ। ਗੌੜੀ ਰਾਗ ਵਿੱਚ ਮਹਾਰਾਜ ਜੀਆਂ ਨੇ ਬਾਣੀ ਉਚਾਰਨ ਕੀਤੀ। ਇਸ ਤੋਂ ਅੱਗੇ ਸਾਧ ਸੰਗਤ ਜੀ ਜਿਸ ਤਰ੍ਹਾਂ ਹਜੂਰ ਦਾ ਇਤਿਹਾਸ ਆਵੇਗਾ ਅਤੇ ਸ਼ਲੋਕਾਂ ਦੀ ਕਥਾ ਆਪਾਂ ਕੱਲ ਨੂੰ ਸ਼ਰਵਣ ਕਰਾਂਗੇ। ਇਹ ਬਰਾਗਮਈ ਹਜੂਰ ਦੇ ਸ਼ਲੋਕ ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਇਸ ਦੀ ਉਥਾਨਕਾ ਅਤੇ ਜਿਸ ਤਰ੍ਹਾਂ ਸ਼ਲੋਕ ਮਹਾਰਾਜ ਜੀ ਕਿਰਪਾ ਕਰਨਗੇ। ਜੋ ਪ੍ਰਭ ਕਿਰਪਾ ਕਟਾਕਸ਼ ਦਿਖਾਇ ਹੈ, ਸੋ ਤਵ ਦਾਸ ਉਚਾਰਤ ਜੈ ਹੈ। ਮਹਾਰਾਜ ਜੀ ਕਿਰਪਾ ਕਰਨ, ਹਜੂਰ ਦਾ ਜਸ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀਆਂ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ, ਬਖਸ਼ ਦੇਣਾ ਅਰਦਾਸ ਕਰਨੀ। ਮਹਾਰਾਜ ਜੀ ਕਿਰਪਾ ਕਰਨ। 2 ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਏਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਵਾਹਿਗੁਰੂ ਜੀ ਕਾ ਖਾਲਸਾ